ਸਾਡਾ ਜੀ 4 ਸਾਲ ਹੋ ਗਏ ਜੀ ਸਾਡੇ ਰਿਲੇਸ਼ਨਸ਼ਿਪ 'ਚ ਜੀ ਸਰ ਜੀ। ਹਾਂਜੀ। ਤੇ ਕੁੜੀ ਜਿਹੜੀ ਸੀ ਉਹ ਬਾਲਗ ਸੀਗੀ? ਨਹੀਂ ਜੀ ਨਹੀਂ ਜੀ 21 ਸਾਲਾਂ ਦੀ ਸੀਗੀ ਜੀ। ਤੁਹਾਡੀ ਏਜ ਕਿੰਨੀ ਹੈ? 22 ਸਾਲਾਂ ਦਾ ਜੀ। ਨਹੀਂ ਜੀ ਅਸੀਂ ਹੋਰ ਪਾਸੇ ਰਹਿ ਰਹੇ ਹਾਂ ਜੀ। ਪਿੰਡ ਸਾਨੂੰ ਧਮਕੀਆਂ ਦੇ ਰਹੇ ਆ ਸਾਨੂੰ ਮਾਰਨ ਦੀ, ਅਸੀਂ ਤੈਨੂੰ ਮਾਰ ਦਾਂਗੇ, ਤੁਹਾਨੂੰ ਅਸੀਂ ਪਿੰਡ ਨਹੀਂ ਵੜਨ ਦੇਣਾ, ਵੀ ਅਸੀਂ ਤੁਹਾਨੂੰ ਪਿੰਡ ਰਹਿਣ ਨਹੀਂ ਦੇਣਾ, ਤੁਸੀਂ ਰਹਿ ਗਏ ਤਾਂ ਅਸੀਂ ਤੁਹਾਨੂੰ ਐਂ ਕਰਾਂ ਸੱਟਾਂ ਮਾਰਾਂਗੇ, ਤੁਹਾਨੂੰ ਮਾਰ ਦਾਂਗੇ ਜਾਨੋਂ, ਇੱਦਾਂ ਧਮਕੀ ਦੇ ਰਹੇ ਆ ਜੀ। ਸਾਨੂੰ ਕੁੱਟਮਾਰ ਕੀਤੀ, ਸਾਨੂੰ ਵੀ ਬਹੁਤ ਕੁੱਟਮਾਰ ਕੀਤੀ, ਮੁੰਡੇ ਨੇ ਵੀ ਬਹੁਤ ਕੁੱਟਮਾਰ, ਕੁੜੀ ਨੇ ਵੀ ਬੇਹੋਸ਼ ਕਰਤੀ ਉੱਥੋਂ ਕੁੱਟਮਾਰ ਕਰਕੇ ਸਾਹਮਣੇ ਸਾਰਿਆਂ ਦੇ ਠਾਣੇ? ਸਾਰੀ ਸਾਹਮਣੇ। ਇਹਨੂੰ ਵੀ ਬਹੁਤ ਕੁੱਟੇ ਸਾਡੇ ਘਰ ਵਾਲਿਆਂ ਨੇ। ਮੇਰੀਆਂ ਬਾਹਾਂ ਫੜ ਲਈਆਂ, ਢੂਈ ਤੇ ਬਹਿ ਗਏ, ਮੇਰੀਆਂ ਦੋਨੇ ਲੱਤਾਂ ਫੜ ਕੇ ਜੀ ਡਾਂਗਾਂ ਨਾਲ ਮੇਰੀਆਂ ਤਲੀਆਂ ਕੁੱਟਦੇ ਰਹੇ ਜੀ। ਬਾਅਦ 'ਚ ਫਿਰ ਵੀ ਪੈਪਾਂ ਨਾਲ ਕੁੱਟਿਆ। ਦੇਖਣਾ ਚਾਹੀਦਾ ਜੀ ਆਪਾਂ ਨੂੰ, ਹੈ ਨਾ, ਗੁਰੂ ਘਰੇ ਆਪਾਂ ਬੈਠੇ ਆ, ਮਾੜਾ ਮੋਟਾ ਹੈ ਨਾ ਵੈਲਿਊ ਹੋਣੀ ਚਾਹੀਦੀ। ਉਹਨਾਂ ਨੇ ਜਮਾਂ ਵੀ ਨਹੀਂ, ਇੱਕ ਗੁਰੂ ਗ੍ਰੰਥ ਸਾਹਿਬ ਦਾ ਜਮਾਂ ਨਹੀਂ ਲਾਜ ਨਹੀਂ ਰੱਖਿਆ ਜੀ। ਚੱਪਲਾਂ ਜੋੜੇ ਲੈ ਕੇ ਉੱਦਾਂ ਹੀ ਵਿੱਚ ਵੜ ਗਏ ਜੀ। ਉਹ ਫੜੇ ਗਏ ਜੀ ਇਹਦੇ ਮੁਤਾਬਕ, ਤੇ ਉਹ ਕਹਿੰਦੇ ਅਸੀਂ ਪਰਚਾ ਦਰਜ ਕਰਾ ਕੇ ਸਾਡਾ ਬੰਦਾ ਫੜਿਆ ਗਿਆ, ਰਾਤ ਨੂੰ ਅਸੀਂ ਗੁੰਡੇ ਲਿਜਾ ਕੇ ਮੰਡੀਰ ਲਿਜਾ ਕੇ ਰੇਡ ਮਾਰਾਂਗੇ ਪੁਲਿਸ ਨਾਲ। ਜਦੋਂ ਤੁਸੀਂ ਕੁੜੀ ਚੱਕੀ ਆ ਉਦੋਂ ਮੁਲਾਜ਼ਮ ਕਿਉਂ ਨਹੀਂ ਲੈ ਕੇ ਆਈ? ਅਸਲਾ ਲੈ ਕੇ ਐਵੇਂ ਲੋਕਾਂ ਨੂੰ ਡਰਾਉਂਦਾ ਫਿਰਦਾ। ਜੇ ਸਰਕਾਰ ਨੇ ਅਸਲਾ ਦਿੱਤਾ ਤਾਂ ਇਹ ਤਾਂ ਨਹੀਂ ਹੈ ਨਹੀਂਗਾ ਜੀ ਉਹਨੂੰ ਕਿਸੇ ਗਲਤ ਇਸਤੇਮਾਲ ਕਰੂਗਾ ਜੀ, ਜਾਂ ਉਹਨੂੰ ਕੋਈ ਸਪੋਰਟ ਦਿੱਤੀ ਆ ਜੀ, ਨਜਾਇਜ਼ ਫਾਇਦੇ ਚੱਕ ਰਿਹਾ ਜੀ, ਲਿਆ ਕੇ 10-12 ਗੁੰਡੇ ਲਿਆਉਂਦਾ ਜੀ, ਗੱਡੀ 'ਚ ਲੱਦ ਲਿਆਉਂਦਾ ਜੀ, ਹਰ ਇੱਕ ਨੂੰ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ ਜੀ। ਇਹਨਾਂ ਦਾ ਇਨਸਾਫ ਇਹ ਹੋਣਾ ਚਾਹੀਦਾ ਜੀ, ਇਹ ਪਿੰਡ 'ਚ ਜਾਣਗੇ ਜੀ, ਉੱਥੇ ਪਿੰਡ ਜਾਣਗੇ ਬੁੱਟਰ, ਇਹਨਾਂ ਦਾ ਜ਼ਿੰਮੇਦਾਰ ਕੌਣ ਹੈ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਜੀ। ਪਰਸੋਂ ਇੱਕ ਘਟਨਾ ਹੋਈ ਸੀ ਜਗਰਾਉਂ ਦੇ ਨੇੜੇ ਕੋਠੇ ਬੱਗੂ ਗੁਰਦੁਆਰਾ ਸਾਹਿਬ ਦੇ ਵਿੱਚ, ਜਿਹਦੀ CCTV ਫੁਟੇਜ ਕਾਫੀ ਵਾਇਰਲ ਹੋਈ ਹੈ। ਇੱਕ ਮੁੰਡਾ ਤੇ ਕੁੜੀ ਦਾ ਆਨੰਦ ਕਾਰਜ ਹੋ ਰਿਹਾ ਸੀ ਔਰ ਬੁੱਟਰ ਪਿੰਡ ਤੋਂ ਸਾਬਕਾ ਸਰਪੰਚ ਆਪਣੇ ਕੁਝ ਬੰਦਿਆਂ ਦੇ ਨਾਲ ਆ ਕੇ ਸਣੇ ਜੁੱਤੀਆਂ ਚੱਪਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੁੰਦੇ ਨੇ ਔਰ ਮੁੰਡਾ ਕੁੜੀ ਇੱਕ ਲਾਵਾਂ ਫੇਰੇ ਲੈ ਰਹੇ ਹੁੰਦੇ ਆ, ਉਹਨਾਂ ਨੂੰ ਜ਼ਬਰਦਸਤੀ ਚੱਕ ਕੇ ਲੈ ਜਾਂਦੇ ਆ, ਕਿਡਨੈਪ ਕਰ ਲੈਂਦੇ ਆ। ਉਸ ਦੇ ਬਾਅਦ ਦੇ ਵਿੱਚ ਉਹਨਾਂ ਦਾ ਕੀ ਹੋਇਆ ਕੀ ਨਹੀਂ ਕਿਸੇ ਨੂੰ ਕੁਝ ਨਹੀਂ ਪਤਾ। ਔਰ ਅੱਜ ਅਸੀਂ ਉਸ ਜਿਹੜਾ ਮੁੰਡਾ ਉਹਨਾਂ ਨੂੰ ਅਸੀਂ ਲੱਭਿਆ ਔਰ ਉਹਨਾਂ ਨਾਲ ਅਸੀਂ ਮਿਲੇ, ਕਿਉਂਕਿ ਪੁਲਿਸ ਦੇ ਵਿੱਚ FIR ਲਾਂਚ ਹੋਈ, ਮਤਲਬ ਦਰਖਾਸਤ ਉਹਨਾਂ ਨੇ ਦਿੱਤੀ। ਉਹਦੇ ਬਾਅਦ 'ਚੋਂ ਉਹਨਾਂ ਨੇ ਮੁੰਡੇ ਦੀ ਭਾਲ ਕੀਤੀ ਗਈ ਤੇ ਮੁੰਡੇ ਦੀ ਭਾਲ ਦੇ ਬਾਅਦ 'ਚੋਂ ਅੱਜ ਅਸੀਂ ਮੁੰਡੇ ਤੱਕ ਪਹੁੰਚ ਕੀਤੀ ਹੈ ਔਰ ਅਸੀਂ ਉਹਨਾਂ ਨੂੰ ਵੀ ਪੁੱਛਦੇ ਹਾਂ ਵੀ ਕੀ ਹੋਇਆ ਸੀ ਉਦੋਂ ਔਰ ਕੀ ਇਹਨਾਂ ਦਾ ਨਾਮ ਆ। ਸੋ ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ। ਕੀ ਨਾਮ ਹੈ ਜੀ ਤੁਹਾਡਾ? ਜੱਗਾ ਸਿੰਘ ਜੀ। ਕਿਹੜਾ ਪਿੰਡ ਹੈ ਜੀ ਆਪਣਾ? ਪਿੰਡ ਬੁੱਟਰ ਕਲਾਂ ਜੀ। ਤੇ ਕੀ ਹੋਇਆ ਸੀ ਬਾਈ ਜੀ ਉਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਅਸਲ ਕਹਾਣੀ ਕੀ ਹੈ? ਬਾਈ ਜੀ ਉੱਥੇ ਜੀ ਆਨੰਦ ਕਾਰਜ ਕਰਨ ਆਏ ਸੀਗੇ ਜੀ, ਅਸੀਂ ਵਿਆਹ ਕਰਾਉਣ ਲੱਗੇ ਸੀਗੇ ਜੀ। ਉੱਥੇ ਸਾਬਕਾ ਜਿਹੜਾ ਸਿੰਦਰ ਸਰਪੰਚ ਸੀਗਾ ਜੀ, ਉਹ ਮੰਡੀਰ ਲੈ ਕੇ ਉੱਥੇ ਆਇਆ ਜੀ। ਉਹ ਮੈਨੂੰ ਕਿਡਨੈਪ ਕਰਕੇ ਲੈ ਗਿਆ ਜੀ, ਸਾਨੂੰ ਦੋਨਾਂ ਜਣਿਆਂ ਨੂੰ ਜੀ, ਅਤੇ ਉੱਥੇ ਜਾ ਕੇ ਬੁੱਟਰ ਲਿਜਾ ਕੇ ਅਤੇ ਬਾਅਦ 'ਚ ਮਾਰ ਕੁੱਟ ਕੀਤੀ ਜੀ। ਮੈਂ ਬੇਹੋਸ਼ ਹੋ ਗਿਆ ਸੀਗਾ ਜੀ। ਬਾਅਦ 'ਚ ਫਿਰ ਉਹ ਮੈਨੂੰ ਸੱਟ ਗਏ ਸੀਗੇ ਸੂਬੇ 'ਤੇ ਦੌਦਰ ਵਾਲੇ ਰਾਹ 'ਤੇ। ਅੱਛਾ, ਤੇ ਜਦੋਂ ਜਿਹੜੀ ਨਹੀਂ ਇਹ ਤਾਂ ਠੀਕ ਆ ਵੀ ਤੁਹਾਨੂੰ ਲੈ ਗਏ, ਪਰ ਉਸ ਤੋਂ ਪਹਿਲਾਂ ਵਾਲੀ ਕਹਾਣੀ ਦੱਸੋ ਵੀ ਜਿਹੜੀ ਕੁੜੀ ਸੀ ਉਹ ਕਿੱਥੋਂ ਦੀ ਸੀ ਔਰ ਇਹ ਤੁਹਾਡਾ ਪ੍ਰੇਮ ਸੰਬੰਧ ਸੀਗਾ ਆਪਸ ਵਿੱਚ, ਕੀ ਸੀ? ਹਾਂਜੀ ਸਾਡਾ ਪ੍ਰੇਮ ਸੰਬੰਧ ਸੀਗਾ ਜੀ। ਕਿੰਨੀ ਦੇਰ ਤੋਂ ਤੁਹਾਡਾ ਇਹ ਚੱਲ ਰਿਹਾ ਸੀ? ਸਾਡਾ ਜੀ 4 ਸਾਲ ਹੋ ਗਏ ਜੀ ਸਾਡੇ ਰਿਲੇਸ਼ਨਸ਼ਿਪ 'ਚ ਜੀ ਸਰ ਜੀ। ਰਿਲੇਸ਼ਨਸ਼ਿਪ ਦੇ ਵਿੱਚ? ਹਾਂਜੀ। ਤੇ ਕੁੜੀ ਜਿਹੜੀ ਸੀ ਉਹ ਬਾਲਗ ਸੀਗੀ? ਨਹੀਂ ਜੀ 21 ਸਾਲਾਂ ਦੀ ਸੀਗੀ ਜੀ। ਤੇ ਤੁਹਾਡੀ ਏਜ ਕਿੰਨੀ ਹੈ? 22 ਸਾਲਾਂ ਦਾ ਜੀ ਮੈਂ। ਓਕੇ, ਤੇ ਤੁਸੀਂ ਉਸ ਤੋਂ ਪਹਿਲਾਂ ਕੋਈ ਕੋਰਟ ਮੈਰਿਜ ਵਗੈਰਾ ਵੀ ਕਰਾਈ ਸੀ ਕਿ ਸਿੱਧੇ ਗੁਰਦੁਆਰਾ ਸਾਹਿਬ ਹੀ ਆਏ ਸੀ? ਅਸੀਂ ਜੀ ਉਹ ਵਕੀਲ ਨਾਲ ਰਾਹੀ ਗੱਲ ਕਰਕੇ ਬਿਆਨ ਕਰਾਏ ਸੀਗੇ ਕੋਰਟ ਮੈਰਿਜ ਹੀ। ਉਹਦਾ ਕਹਿੰਦਾ ਸੀ ਕੋਰਟ ਮੈਰਿਜ ਹੀ ਆ ਜੀ ਤੁਹਾਡੀ, ਤੇ ਵੈਸੇ ਕੋਰਟ ਮੈਰਿਜ ਹੀ ਹੋ ਗਈ। ਬਾਅਦ 'ਚ ਫਿਰ ਕਹਿੰਦੇ ਵੀ ਐਂ ਕਰਕੇ ਤੁਸੀਂ ਆਪਦੇ ਲਾਵਾਂ ਲੈ ਲਓ, ਫੇਰੇ ਲੈ ਲਓ, ਤੇ ਬਾਅਦ 'ਚ ਫਿਰ ਇਹ ਆਪਾਂ ਸਰਟੀਫਿਕੇਟ ਥਾਣੇ ਫੜਾ ਦਾਂਗੇ। ਤੇ ਜਿਹੜਾ ਜਿਵੇਂ ਹੁਣ ਕੋਠੇ ਬੱਗੂ ਦੇਖਿਆ ਜਾਵੇ ਜਗਰਾਉਂ ਡਿਸਟ੍ਰਿਕਟ ਦੇ ਵਿੱਚ ਪੈਂਦਾ, ਬੱਧਨੀ ਕਲਾਂ ਕਾਫੀ ਦੂਰ ਪੈਂਦਾ, ਉੱਥੋਂ ਤੇ ਇੱਥੋਂ ਦੇ ਤੁਸੀਂ ਆ ਕੇ ਇੱਥੇ ਕਿਉਂ ਚੁਣਿਆ ਗਿਆ? ਕਿਸੇ ਦੀ ਸਲਾਹ ਲਈ ਸੀ ਜਾਂ ਕਿ ਤੁਹਾਨੂੰ ਕਿਸੇ ਨੇ ਵੈਸੇ ਐਡਵਾਈਸ ਦਿੱਤੀ ਸੀ ਵੀ ਇੱਥੇ ਆ ਕੇ ਕਰਵਾ ਲਓ, ਦੂਰ ਆ ਜਾਂ ਕੁਛ ਇੱਦਾਂ? ਹਾਂਜੀ, ਅਸੀਂ ਵੈਸੇ ਇੱਥੇ ਆ ਗਏ ਸੀਗੇ ਜੀ, ਇੱਥੇ ਕਿਉਂਕਿ ਪਹਿਲਾਂ ਮੈਂ ਰਹਿੰਦਾ ਰਿਹਾ ਜੀ, ਇੱਥੇ ਕੰਮ ਕਰਦਾ ਹੁੰਦਾ ਸੀਗਾ ਜੀ ਜਗਰਾਉਂ ਤੋਂ। ਤੇ ਫਿਰ ਇਹ ਲੜਕੀ ਵਾਲਿਆਂ ਤੱਕ ਪਹੁੰਚ ਕਿੱਦਾਂ ਹੋ ਗਈ ਜਾਂ ਸਰਪੰਚ ਕਿੱਦਾਂ ਇਨਵੋਲਵ ਹੋ ਗਿਆ ਆਪਣੇ ਬੁੱਟਰ ਵਾਲਾ? ਲੜਕੀ ਕਿੱਥੋਂ ਦੀ ਸੀਗੀ? ਲੜਕੇ ਨਿੱਧਾਂ ਵਾਲੋਂ ਤੋਂ ਸੀਗੀ ਜੀ, ਮੋਗੇ ਕੋਲੇ ਰਹਿ ਨਿੱਧਾਂ ਵਾਲਾ। ਉੱਥੇ ਜਿਹੜਾ ਸਰਪੰਚ ਦੀ ਵਿੱਚ ਇਨਵੋਲਵਮੈਂਟ ਆ ਇਹ ਕਿੱਦਾਂ ਜੀ? ਇਹ ਸਰਪੰਚ ਜੀ ਜਿਵੇਂ ਕਹਿ ਦਈਏ ਜੀ
ਬੁੱਟਰ ਉਹਦੀ ਭੂਆ ਸੀਗੀ ਜੀ। ਅੱਛਾ ਜੀ। ਤੇ ਉਹਨਾਂ ਦੇ ਲੜਕਾ ਜਿਹੜਾ ਸੀ ਭੂਆ ਦਾ ਮੁੰਡਾ ਜੀ, ਉਹ ਉਹਦੇ ਕੋਲੇ ਗਿਆ ਵੀ ਐਂ ਕਰਕੇ ਵੀ ਐਂ ਆਹ ਗੱਲ ਹੋ ਗਈ। ਬਾਅਦ 'ਚ ਫਿਰ ਉਹਨੇ ਫਿਰ ਉਹਨਾਂ ਦੇ ਪਿੱਛੇ ਸਟੈਪ ਚੱਕਿਆ ਜੀ। ਤੇ ਫਿਰ ਜਦੋਂ ਹੁਣ ਤੁਹਾਨੂੰ ਦੋਨਾਂ ਨੂੰ ਇੱਥੋਂ ਕਿਡਨੈਪ ਕਰਕੇ ਲਿਆ ਜਾਂਦਾ, ਉੱਥੇ ਤੁਹਾਨੂੰ ਬੁੱਟਰ ਲੈ ਕੇ ਚਲੇ ਜਾਂਦੇ ਨੇ, ਫਿਰ ਤੁਹਾਡੀ ਕੁੱਟਮਾਰ ਵੀ ਹੁੰਦੀ ਹੈ, ਤੁਹਾਨੂੰ ਸਿੱਟ ਵੀ ਦਿੱਤਾ ਜਾਂਦਾ, ਤੇ ਲੜਕੀ ਇਸ ਵਕਤ ਕਿੱਥੇ ਆ? ਲੜਕੀ ਉਹ ਲੈ ਗਏ ਪਛਾਣ ਹੈ ਜੀ। ਪਿੰਡ ਲੈ ਗਏ ਜੀ। ਅੱਛਾ ਜੀ। ਹਾਂ ਕਿਹੜੀ ਜਗ੍ਹਾ ਪਿੰਡ ਜੀ? ਆਪਦੇ ਪਿੰਡ ਲੈ ਗਏ ਕਿਸੇ ਹੋਰ ਪਿੰਡ ਨਹੀਂ ਆਪਦੇ ਪਿੰਡ ਲੈ ਗਏ ਜੀ। ਲੈ ਗਏ ਜੀ। ਹਾਂ ਤੇ ਤੁਹਾਡੀ ਉਹਦੇ ਬਾਅਦ ਚੋਂ ਕਿਸੇ ਨਾਲ ਗੱਲ ਹੋਈ ਇਸ ਸੰਬੰਧ ਦੇ ਵਿੱਚ? ਸਮਾਂ ਕੱਲ ਗਏ ਸੀਗੇ ਵੇਖਣ, ਉਹ ਟੱਕਰੇ ਨਹੀਂ ਜੀ। ਅੱਛਾ ਜੀ। ਹਾਂ ਤੇ ਜਿਹੜੀ ਫਿਰ ਪੁਲਿਸ ਦੀ ਜੇ ਆਪਾਂ ਕਾਰਵਾਈ ਦੇਖੀ ਜਾਵੇ, ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਜੀ? ਕਾਰਵਾਈ ਕਹਿੰਦੇ ਆ ਵੀ ਅੱਜ ਜਾਵਾਂਗੇ ਅਸੀਂ। ਅੱਛਾ ਜੀ। ਦੇ- ਤੁਸੀਂ ਆਪਣੇ ਕੰਨਿਓ ਦਰਖਾਸਤ ਦੇਤੀ ਜੀ? ਦਰਖਾਸਤ ਦਿੱਤੀ ਤਾਂ ਹੈਗੀ ਆ। ਤੇ ਤੁਹਾਨੂੰ ਜੇ ਤੁਹਾਡੇ ਨਾਲ ਗੱਲ ਕੀਤੀ ਜਾਵੇ ਵੀ ਹੁਣ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ? ਤੁਸੀਂ ਹੁਣ ਆਪਣੇ ਪਿੰਡ ਹੀ ਰਹਿ ਰਹੇ ਹੋ ਕਿ ਕਿਤੇ ਹੋਰ ਰਹਿ ਰਹੇ ਹੋ? ਨਹੀਂ ਜੀ, ਅਸੀਂ ਹੋਰ ਪਾਸੇ ਰਹਿ ਰਹੇ ਹਾਂ ਜੀ। ਪਿੰਡ ਸਾਨੂੰ ਧਮਕੀਆਂ ਦੇ ਰਹੇ ਆ, ਸਾਨੂੰ ਮਾਰਨ ਦੀ, ਅਸੀਂ ਤੈਨੂੰ ਮਾਰ ਦਾਂਗੇ, ਤੁਹਾਨੂੰ ਅਸੀਂ ਪਿੰਡ ਨਹੀਂ ਵੜਨ ਦੇਣਾ, ਵੀ ਅਸੀਂ ਤੁਹਾਨੂੰ ਪਿੰਡ ਰਹਿਣ ਹੀ ਨਹੀਂ ਦੇਣਾ, ਤੁਸੀਂ ਰਹਿ ਗਏ ਤਾਂ ਅਸੀਂ ਤੁਹਾਨੂੰ ਐਂ ਕਰਾਂ ਸੱਟਾਂ ਮਾਰਾਂਗੇ, ਤੁਹਾਨੂੰ ਮਾਰ ਦਾਂਗੇ ਜਾਨੋਂ, ਇੱਦਾਂ ਧਮਕੀ ਦੇ ਰਹੇ ਆ ਜੀ। ਤੇ ਇਹ ਸਰਪੰਚ ਕੰਨਿਓ ਧਮਕੀਆਂ ਮਿਲ ਰਹੀਆਂ ਕਿ ਕੁੜੀ ਪਰਿਵਾਰ ਕੰਨਿਓ ਮਿਲ ਰਹੀਆਂ? ਨਹੀਂ ਜੀ, ਸਰਪੰਚ ਵੱਲੋਂ ਧਮਕੀਆਂ ਦੇ ਰਹੇ ਆ ਜੀ। ਕੁੜੀ ਦੇ ਜਿਹੜੇ ਭੂਆ ਦਾ ਮੁੰਡਾ ਉਹ ਦੇ ਰਿਹਾ, ਤੇ ਸਰਪੰਚ ਸਾਬਕਾ ਜਿਹੜਾ ਉਹ ਦੇ ਰਿਹਾ ਜੀ। ਤੇ ਤੁਸੀਂ ਇਸ ਸੰਬੰਧ ਦੇ ਵਿੱਚ ਵੀ ਪੁਲਿਸ ਨੂੰ ਜਾਣਕਾਰੀ ਦਿੱਤੀ ਆ? ਹਾਂਜੀ ਤਾਇਆ ਉਹਦਾ ਹੈਗਾ ਕੁੜੀ ਦਾ, ਉਹ ਧਮਕੀਆਂ ਦੇ ਰਿਹਾ ਜੀ। ਤੇ ਹਾਂਜੀ, ਅਸੀਂ ਪੁਲਿਸ ਵਾਲਿਆਂ ਨੂੰ ਇਤਲਾਹ ਦਿੱਤੀ ਹੋਈ ਹੈ ਜੀ। ਤੇ ਤੁਸੀਂ ਹੁਣ ਫਿਰ ਜੇ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਦੀ ਤੁਸੀਂ ਮੰਗ ਕਰਦੇ ਹੋ? ਤੁਹਾਨੂੰ ਪ੍ਰਸ਼ਾਸਨ ਤੁਹਾਡਾ ਸਾਥ ਦੇ ਰਿਹਾ ਇਸ ਕੰਮ ਦੇ ਵਿੱਚ ਕਿ ਤੁਹਾਨੂੰ ਵੀ ਕੁਝ ਕਹਿ ਰਿਹਾ ਕਿ ਤੁਹਾਡਾ ਸਾਥ ਦੇ ਰਿਹਾ ਵਾ? ਦੇਖੋ, ਹਲੇ ਤਾਂ ਪ੍ਰਸ਼ਾਸਨ ਕਰੀ ਜਾਂਦਾ ਗਾ ਜੀ, ਇਹ ਵਾਹ ਲਾਈ ਜਾਂਦਾ ਗਾ, ਹਨਾ। ਬਾਕੀ ਅਸੀਂ ਤਾਂ ਸਾਡੀ ਤਾਂ ਆਹੀ ਮੰਗ ਆ ਵੀ ਸਾਨੂੰ ਲੜਕੀ ਚਾਹੀਦੀ ਹੈ। ਤੇ ਪਰ ਤੁਹਾਡਾ ਸਾਥ ਦੇ ਰਹੀ ਹੈ ਜੀ ਪੁਲਿਸ? ਤੁਹਾਨੂੰ ਪੂਰੀ ਤੁਹਾਡੀ ਕੋਆਪਰੇਟ ਕਰ ਰਹੀ ਹੈ ਤੁਹਾਡੇ ਨਾਲ? ਹਾਂਜੀ। ਤੁਹਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਤੁਹਾਡੇ ਤੇ ਅਸੀਂ ਜਿਹੜੀ ਕਾਰਵਾਈ ਆ ਤੁਹਾਡੇ ਨਾਲ ਮਿਲ ਕੇ ਚੱਲਾਂਗੇ? ਤੁਹਾਨੂੰ ਪੁਲਿਸ ਨੇ ਰਿਕਵਰ ਕੀਤਾ ਕਿ ਤੁਸੀਂ ਸਿੱਧੇ ਇੱਥੇ ਆਏ ਸੀ ਪਹਿਲਾਂ? ਇਹ ਮੈਨੂੰ ਦੱਸਿਓ, ਮੈਂ ਸਵਾਲ ਰਹਿ ਗਿਆ। ਕਿਵੇਂ ਜੀ? ਜਦੋਂ ਤੁਹਾਨੂੰ ਕੁੱਟਮਾਰ ਕਰਕੇ ਸਿੱਟਿਆ ਗਿਆ, ਤੁਸੀਂ ਕਹਿੰਦੇ ਹੋ ਸੂਏ ਤੇ ਤੁਹਾਨੂੰ ਛੱਡ ਗਏ, ਉਹਦੇ ਬਾਅਦ ਚ ਤੁਸੀਂ ਜਿਹੜੀ ਘਰ ਤੱਕ ਜਾਂ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਉੱਥੇ ਤੱਕ ਤੁਹਾਨੂੰ ਆਪ ਛੱਡ ਕੇ ਗਏ ਕਿ ਪੁਲਿਸ ਨੇ ਤੁਹਾਨੂੰ ਭਾਲ ਤੁਹਾਡੀ ਕੀਤੀ ਆ? ਨਹੀਂ ਜੀ, ਨਹੀਂ। ਮੈਂ ਉਥੇ ਜਿਹੜੇ ਬੰਦੇ ਉਹਦੇ ਕੰਮ ਕਰ ਰਹੇ ਸੀਗੇ, ਉਹ ਬਾਅਦ ਚ ਕਿਸੇ ਨੇ ਹੈਲਪ ਕੀਤੀ, ਰਾਹਗੀਰ ਨੇ ਜਿਹਨੂੰ ਆਪਾਂ ਕਹਿ ਦਈਏ ਆਪਾਂ? ਹਾਂਜੀ, ਮੈਂ ਵੀ ਐਂ ਕਰਕੇ ਮੈਨੂੰ ਸੁੱਟਤਾ ਸੀਗਾ। ਬਾਅਦ 'ਚ ਅੱਧਾ ਘੰਟਾ ਮੈਂ ਪਿਆ ਰਿਹਾ ਜੀ। ਬਾਅਦ 'ਚ ਮੈਨੂੰ ਸੁਰਤ ਜੀ ਆਈ ਜੀ। ਉਹ ਤੋਂ ਬਾਅਦ ਫਿਰ ਉਹਨਾਂ ਨੇ ਪੁੱਛਿਆ ਵੀ ਹਾਂ ਕਿਤੇ। ਮੈਂ ਕਿਹਾ ਵੀ ਐਂ ਕਰਕੇ ਵੀ ਮੈਂ ਫਲਾਣੇ ਥਾਂ ਜਾਣਾ ਗਾ, ਮੈਨੂੰ ਉੱਥੇ ਉਤਾਰਿਓ। ਤੇ ਉਹ ਬਾਅਦ 'ਚ ਉਤਾਰ ਕੇ ਤੇ ਮੇਰਾ ਉੱਥੇ ਵੱਡਾ ਬ੍ਰਦਰ ਹੈ ਨਹੀਂ ਸੀਗਾ। ਬਾਅਦ 'ਚ ਮੈਂ ਉਹਦੇ ਘਰੇ ਉੱਥੇ 12 'ਚ ਬਹਿ ਕੇ ਵੇਟ ਕੀਤੀ ਉਹਦੀ। ਤੇ ਫਿਰ ਜਦੋਂ ਇੱਕ ਜੇ ਆਪਾਂ ਗੱਲ ਪੁੱਛੀ ਜਾਵੇ, ਜੇ ਆਪਾਂ ਪੁਰਾਣੀ ਪਿੱਛੇ ਨੂੰ ਆਪਾਂ ਮੁੜੀਏ, ਤੇ ਜਿਹਦੇ ਵਿੱਚ ਇਹ ਕਿਹਾ ਜਾਂਦਾ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਲੜਕੀ ਨਾਲ ਤੁਹਾਡਾ 4 ਸਾਲਾਂ ਦਾ ਪ੍ਰੇਮ ਸੰਬੰਧ ਸੀਗਾ, ਉਸ ਟਾਈਮ ਨਹੀਂ ਕਦੇ ਇਦਾਂ ਦੀ ਕੋਈ ਗੱਲ ਹੋਈ ਵੀ ਆਪਾਂ ਮੈਰਿਜ ਕਰਾਉਣੀ ਆ, ਜਾਂ ਮੈਰਿਜ ਕਰਾਉਣ ਦੇ ਬਾਅਦ 'ਚੋਂ ਵੀ ਘਰ ਦੇ ਇਦਾਂ ਦਾ ਵਿਵਹਾਰ ਕਰਨਗੇ ਜਾਂ ਦੂਜਾ ਕੁਛ ਇਦਾਂ ਦਾ? ਕਦੇ ਤੁਹਾਨੂੰ ਭਿਣਕ ਲੱਗੀ ਵੀ ਤੁਹਾਡੇ ਨਾਲ ਇਦਾਂ ਦਾ ਕੁਛ ਹੋ ਸਕਦਾ, ਵੀ ਜਿਹੜੀ ਤੁਹਾਡੇ ਨਾਲ ਬੀਤ ਚੁੱਕੀ ਆ ਇਦਾਂ ਦੀ ਤੁਹਾਡੇ ਨਾਲ ਬੀਤ, ਉਹਨੂੰ ਕਦੇ ਇਸ ਤਰ੍ਹਾਂ ਦਾ ਅਹਿਸਾਸ ਕਰਾਇਆ ਕੁੜੀ ਨੇ, ਜਾਂ ਤੁਹਾਨੂੰ ਡਰ ਲੱਗਿਆ ਕਦੇ ਇਦਾਂ ਦਾ? ਉਹਦੀ ਵੇਖੋ ਜੀ, ਅਸੀਂ ਤਾਂ ਵੈਸੇ ਸੋਚਦੇ ਸੀਗੇ, ਗੱਲਬਾਤ ਕੀਤੀ ਸੀਗੀ, ਮੈਂ ਤਾਂ ਕਿਹਾ ਸੀਗਾ ਵੀ ਨਹੀਂ ਇੱਦਾਂ ਆਪਾਂ ਨਹੀਂ ਕਰਨਾ ਵੈਸੇ। ਤੇ ਬਾਅਦ 'ਚ ਫਿਰ ਜੋ ਵੀ ਲੜਕੀ ਬੋਲ ਰਹੀ, ਕਹਿੰਦੀ ਵੀ ਨਹੀਂ ਵੀ ਆਪਾਂ ਵਿਆਹ ਕਰਾਵਾਂਗੇ ਹਰ ਹਾਲਤ 'ਚ। ਤੇ ਉਹ ਪੜ੍ਹਾਈ ਕਰ ਰਹੀ ਸੀ, ਸਟੱਡੀ ਕਰ ਰਹੀ ਸੀਗੀ, ਤੇ ਉਹ ਕਹਿ ਰਹੀ ਸੀਗੀ ਵੀ ਮੈਂ ਬਾਹਰ ਉੱਠ ਗਈ ਫਿਰ ਤਾਂ ਚਲੋ ਠੀਕ ਆ, ਆਪਣਾ ਸਹਿਮਤੀ ਨਾਲ ਹੋ ਜਾਊਗਾ। ਤੇ ਨਾ ਮੇਰੇ ਘਰਦਿਆਂ ਨੂੰ ਬਾਅਦ ਫਿਰ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗ ਗਿਆ। ਉਹਨੇ ਆਪਦੇ ਫੈਮਿਲੀ ਨਾਲ ਵੀ ਗੱਲ ਕੀਤੀ ਵੀ ਮੈਂ ਉਹਦੇ ਲੜਕੇ ਨਾਲ ਵਿਆਹ ਕਰਾਉਣਾ ਗਾ। ਬਾਅਦ 'ਚ ਫਿਰ ਉਹਨੇ ਦੱਸਿਆ ਸਾਰਾ ਕੁਛ। ਬਾਅਦ 'ਚ ਫਿਰ ਉਹਨਾਂ ਘਰ ਦੇ ਪਹਿਲਾਂ ਮੰਨ ਗਏ ਸੀ, ਬਾਅਦ 'ਚ ਫਿਰ ਕਾਸਟ ਵਗੈਰਾ 'ਚ ਫਰਕ ਪੈ ਗਿਆ। ਫਿਰ ਉਹ ਕਹਿੰਦੇ ਨਹੀਂ ਅਸੀਂ ਨਹੀਂ ਕਰਨਾ। ਤੇ ਉਹ ਕਿਸ ਕਾਸਟ ਨੂੰ ਬਿਲੋਂਗ ਕਰਦੇ ਜੀ? ਜੱਟ ਜ਼ਿਮੀਂਦਾਰ ਹੈ ਜੀ। ਅੱਛਾ ਜੀ। ਤੇ ਤੁਸੀਂ ਇਕੱਠੇ ਪੜ੍ਹਦੇ ਰਹੇ ਹੋ? ਬੌੜੀ ਆ ਜੀ। ਹੈ ਜੀ। ਅਸੀਂ ਬੌੜੀ ਆ, ਉਹ ਜ਼ਿਮੀਂਦਾਰ ਹੈ ਜੀ। ਅੱਛਾ, ਇਹ ਗੱਲ ਲੜਕੀ ਨੂੰ ਤਾਂ ਪਹਿਲਾਂ ਪਤਾ ਹੀ ਸੀ ਜੀ? ਹਾਂਜੀ, ਇਹ ਸਭ ਕੁਝ ਪਤਾ ਸੀਗਾ ਜੀ। ਆਪਾਂ ਸਾਰਾ ਕੁਝ ਉਹਨੂੰ ਦੱਸਿਆ ਸੀਗਾ ਜੀ ਵੀ ਮੈਂ ਇੱਦਾਂ ਹੈਗਾ ਘਰੋਂ, ਮੈਂ ਵੀ ਆਹ ਕਾਸਟ ਆ ਮੇਰੀ, ਸਾਰਾ ਕੁਝ ਪਤਾ, ਕਿਉਂਕਿ ਅਸੀਂ ਇਕੱਠੇ ਪੜ੍ਹੇ ਹਾਂ ਜੀ। ਠੀਕ ਹੈ ਜੀ। ਤੇ ਜੇ ਤੁਹਾਡੇ ਫਾਦਰ ਸਾਹਿਬ ਨਾਲ ਗੱਲ ਕਰੀਏ, ਤੁਸੀਂ ਜਿਵੇਂ ਇਹ ਦੱਸ ਰਿਹਾ ਜੀ ਵੀ ਹੁਣ ਖਤਰਾ, ਤੁਸੀਂ ਦਰ ਭਟਕਦੇ ਫਿਰਦੇ ਹੋ, ਘਰੇ ਆਪਣਾ ਜਾ ਨਹੀਂ ਸਕਦੇ, ਤੁਹਾਨੂੰ ਵੀ ਕਿਸ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਕਿ ਇਹਨਾਂ ਨੂੰ ਮਿਲੀਆਂ ਇਕੱਲੀਆਂ? ਨਹੀਂ, ਸਾਰਿਆਂ ਨੂੰ ਸਾਨੂੰ ਮਿਲੀਆਂ। ਸਾਨੂੰ ਆਖਿਆ ਵੀ ਮਾਰ ਦਿਆਂਗੇ ਅਸੀਂ, ਘਰੇ ਨਹੀਂ ਵੜਨੇ ਨੇ, ਧਮਕੀਆਂ ਦਿੱਤੀਆਂ ਪੂਰੀਆਂ। ਤੇ ਤੁਸੀਂ ਇਹ ਜਿਹੜੇ ਤੁਹਾਡੇ ਹੁਣ ਪਾਸੇ ਭੱਜੇ ਫਿਰਦੇ ਆ, ਤੇ ਜਿਹੜੇ ਤੁਹਾਡੇ ਜੋ ਤੁਹਾਨੂੰ ਇਸ ਤਰ੍ਹਾਂ ਦਾ ਕਿਹਾ ਗਿਆ, ਤੁਸੀਂ ਵੀ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਕਿ ਤੁਹਾਡੇ ਬੇਟੇ ਨੇ ਦੱਸਿਆ ਇਕੱਲੇ ਨੇ, ਕਿ ਤੁਸੀਂ ਵੀ ਥਾਣੇ ਗਏ? ਸਾਰੇ ਇਕੱਠੇ ਗਏ ਆ ਅਸੀਂ, ਸਾਰਿਆਂ ਨੇ ਦਿੱਤਾ। ਤੁਹਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਤੁਹਾਡੇ ਨਾਲ ਇਦਾਂ ਦਾ ਕੁਝ ਹੋਣ ਨਹੀਂ ਦਿੰਦੇ? ਹਾਂ, ਵਿਸ਼ਵਾਸ ਦਿਵਾਇਆ ਵੀ ਕਰਾਂਗੇ ਕੰਮ,
ਜ਼ੋਰ ਲਾਵਾਂਗੇ ਪੂਰਾ। ਤੇ ਤੁਹਾਨੂੰ ਵਗੈਰਾ ਕੋਈ ਸਿਕਿਉਰਿਟੀ ਵਗੈਰਾ ਨਹੀਂ ਪ੍ਰੋਵਾਈਡ ਕੀਤੀ? ਕੋਈ ਸਬੂਤ ਵਗੈਰਾ ਨਹੀਂ ਕੋਈ ਕੀਤੀ। ਤੁਸੀਂ ਇਹਨਾਂ ਦੇ ਮਾਤਾ ਜੀ? ਹਾਂਜੀ। ਤੇ ਤੁਸੀਂ ਵੀ ਉਦੋਂ ਗੁਰਦੁਆਰਾ ਸਾਹਿਬ ਸੀਗੇ, ਤੁਸੀਂ ਬਾਅਦ ਚੋਂ ਦੱਸਿਆ ਤੇ ਤੁਹਾਡੇ ਤਾਂ ਸਾਹਮਣੇ ਸਾਰਾ ਕੁਝ ਹੋਇਆ, ਤੇ ਉਦਾਂ ਦਾ ਹੋਰ ਵੀ ਕੁਝ ਉਦੋਂ ਉੱਥੇ ਉਹ ਕਹਿ ਰਹੇ ਸੀ ਜਦੋਂ ਗਾਲੀ ਗਲੋਚ ਕਰ ਰਹੇ ਸੀ ਜਾਂ ਲੈ ਕੇ ਗਏ ਚੱਕ ਕੇ, ਤੁਹਾਨੂੰ ਵੀ ਕੋਈ ਧਮਕੀ ਦੇ ਕੇ ਗਏ? ਸਾਨੂੰ ਕੁੱਟਮਾਰ ਕੀਤੀ, ਸਾਨੂੰ ਵੀ ਬਹੁਤ ਕੁੱਟਮਾਰ ਕੀਤੀ, ਮੁੰਡੇ ਨੂੰ ਵੀ ਬਹੁਤ ਕੁੱਟਮਾਰ, ਕੁੜੀ ਨੇ ਵੀ ਬੇਹੋਸ਼ ਕਰਤੀ ਉੱਥੋਂ ਕੁੱਟਮਾਰ ਕਰਕੇ। ਅੱਛਾ, ਸਾਹਮਣੇ ਸਾਰਿਆਂ ਦੇ ਸਾਰੀ ਸਾਹਮਣੇ। ਇਹਨੂੰ ਵੀ ਬਹੁਤ ਕੁੱਟੇ ਸਾਡੇ ਘਰ ਵਾਲਾ ਨੇ। ਅੱਛਾ ਜੀ। ਜਦੋਂ ਸਾਡੇ ਨਾਲ ਸੀਗਾ ਉਹਨੂੰ ਵੀ ਬਹੁਤ ਕੁੱਟਮਾਰ ਕੀਤੀ, ਸਾਨੂੰ ਬੇਹੋਸ਼ ਕਰ ਦਿੱਤੇ ਸੀ, ਸਾਨੂੰ ਕੁੱਟਮਾਰ ਕਰਕੇ ਸਾਨੂੰ ਕਹਿੰਦੇ ਸੀ ਕਿ ਪਿੰਡ ਨਹੀਂ ਬਣਨ ਦਿੰਦੇ, ਆਹ ਕਰ ਦਾਂਗਾ ਜਿਉ ਕਰ ਦਿੰਦਾ। ਚੱਕੋ ਸਾਲੇ ਨੇ ਗਾਲਾਂ ਗੁਲਾਂ ਕੱਢੀਆਂ। ਅਸੀਂ ਉਧਰੇ ਰਹਿ ਗਏ ਸੀਗੇ। ਉਹਨ ਮੁੰਡੇ ਕੁੜੀ ਨੇ ਚੱਕ ਗੱਡੀ ਮੈਂ ਸੱਟ ਲੈ ਗਏ। ਇੰਨਾ ਚਿਰ ਤੇ ਗੱਲਾਂ ਹੋਈਆਂ ਸਾਰੇ, ਇੰਨਾ ਚਿਰ ਤੇ ਉਹਨਾਂ ਨੇ ਲੈ ਗਏ, ਲਿਜਾ ਕੇ ਉਹਨਾਂ ਨੇ ਲੈ ਵੀ ਗਏ ਥਾਣੇ 'ਚ। ਉਹਨਾਂ ਨੇ ਪੇਸ਼ ਨਹੀਂ ਕੀਤੀ ਮੁੰਡੇ ਕੁੜੀ ਨੇ, ਉਹ ਆਪਦੇ ਘਰੇ ਲੈ ਗਏ। ਤੇ ਤੁਸੀਂ ਇਹਨਾਂ ਦੇ ਪਿੱਛੇ ਗਏ ਕਿ ਤੁਸੀਂ ਫਿਰ ਉੱਥੇ ਹੀ ਰਹੇ ਕਿ ਤੁਸੀਂ ਥਾਣੇ ਗਏ ਉਸ ਟਾਈਮ? ਥਾਣੇ ਗਏ ਅਸੀਂ ਟਾਈਮ। ਉਸੇ ਟਾਈਮ? ਹਾਂ, ਪੁਲਿਸ ਆ ਗਈ, ਅਸੀਂ ਥਾਣੇ ਗਏ। ਤੇ ਪੁਲਿਸ ਵਾਲੇ ਤੁਹਾਡੇ ਨਾਲ ਜਦੀ ਚਲੇ ਗਏ ਸੀ ਕਿ ਥੋੜਾ ਵਕਤ ਪਾ ਕੇ ਗਏ ਕਿ ਕਿਵੇਂ? ਨਹੀਂ, ਅਸੀਂ ਉਹ ਜੱਦੀ ਨਹੀਂ ਗਿਆ, ਸਾਰੇ ਲੈ ਲੱਖ ਪਰ ਕਰਕੇ ਗਏ। ਠੀਕ ਹੈ ਜੀ। ਹਾਂ ਜੀ। ਤੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਤੁਸੀਂ, ਕਿਉਂਕਿ ਦੇਖੋ ਤੁਹਾਡਾ ਬੇਟਾ ਤਾਂ ਚਲੋ ਜਿਹੜਾ ਭੱਜਿਆ, ਪਰ ਤੁਸੀਂ ਵੀ ਬੇਘਰ ਹੋ ਗਏ ਇਹਨਾਂ ਦੇ ਨਾਲ ਹੀ। ਕੀ ਤੁਸੀਂ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ, ਸਰਕਾਰ ਤੋਂ ਕੀ ਮੰਗ ਕਰਦੇ ਹੋ? ਮੈਂ ਸਰਕਾਰ ਸੇ ਇਹ ਮੰਗ ਕਰਦੀ ਹਾਂ ਜੇ ਸਾਨੂੰ ਇਹ ਨਿਆਂ ਚਾਹੀਦੀ ਆ, ਸਾਨੂੰ ਇਹ ਨਿਆਂ ਮਿਲੇ। ਅਸੀਂ ਘਰ-ਬਾਰ ਛੱਡੇ ਆ, ਸਾਡੀ ਕੋਈ ਹਾਲ ਹੈ ਨਹੀਂਗਾ। ਅਸੀਂ ਇਹ ਚਾਹੁੰਦੇ ਹਾਂ ਪ੍ਰਸ਼ਾਸਨ ਜੇ ਸਾਨੂੰ ਨਿਆਂ ਚਾਹੀਦੀ ਆ, ਸਾਡੇ ਲੜਕੀ ਚਾਹੀਦੀ ਆ। ਹਾਂਜੀ। ਤੇ ਜਿਹੜੀ ਤੁਹਾਡੀ ਜੇ ਆਪਾਂ ਮੰਨ ਲਓ ਤੁਸੀਂ ਕੱਲ ਨੂੰ ਘਰੇ ਜਾਂਦੇ ਹੋ, ਪੁਲਿਸ ਤੁਹਾਨੂੰ ਇਹ ਗੱਲ ਕਹਿ ਦਿੰਦੀ ਹੈ ਵੀ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਤੁਹਾਡੇ ਤੇ ਕੋਈ ਅਤਿਆਚਾਰ ਨਹੀਂ ਹੋਊਗਾ ਜਾਂ ਕੋਈ ਤੁਹਾਡੇ ਤੇ ਹਮਲਾ ਨਹੀਂ ਕਰੂਗਾ, ਕੀ ਤੁਸੀਂ ਘਰੇ ਜਾਓਗੇ ਕਿ ਸਿਕਿਉਰਿਟੀ ਵਗੈਰਾ ਲੈ ਕੇ ਜਾਂ ਪੂਰਾ ਵਿਸ਼ਵਾਸ ਲੈ ਕੇ ਫੇਰ ਹੀ ਘਰੇ ਜਾਓਗੇ? ਅਸੀਂ ਵਿਸ਼ਵਾਸ ਤਾਂ ਅਸੀਂ ਕਰ ਨਹੀਂ ਸਕਦੇ, ਕਿਉਂਕਿ ਸਾਡੀ ਤਾਂ ਉਹ ਦੁਸ਼ਮਣੀ ਆ, ਸਾਨੂੰ ਕੁੱਟਮਾਰ ਕਰਨਗੇ। ਅਸੀਂ ਪੁਲਿਸ ਪ੍ਰਸ਼ਾਸਨ ਤੁਹਾਨੂੰ ਕਹੇ ਤਾਂ? ਪੁਲਿਸ ਪ੍ਰਸ਼ਾਸਨ ਕਹੇਗੇ ਤਾਂ ਅਸੀਂ ਜਾਵਾਂਗੇ ਕਰੇ। ਜੇ ਸਾਨੂੰ ਸਿਕਿਉਰਿਟੀ ਦੇਣਗੇ ਤਾਂ ਜਾਵਾਂਗੇ ਕਰੇ, ਨਾ ਤਾਂ ਐਵੇਂ ਨਹੀਂ ਜਾ ਸਕਦੇ। ਸਰਦਾ ਜੋ ਪਤਾ ਕੁੱਟਮਾਰ ਕਰਨੀ ਹੈ ਉਹਨਾਂ ਨੇ ਤਾਂ ਕਰਨੀ ਆ ਕੁੱਟਮਾਰ। ਸਾਨੂੰ ਤਾਂ ਪੁਲਿਸ ਜੀ ਘਰ ਸਾਨੂੰ ਤਾਂ ਘਰ ਛੱਡ ਕੇ ਆ ਜਾਣਗੇ। ਰਾਤ ਨੇ ਸਾਨੂੰ ਕੀ ਪਤਾ ਲੱਗਦਾ ਜੇ ਕੌਣ ਆਉਂਦਾ ਕੌਣ ਨਹੀਂ ਜਾਂਦਾ। ਸਾਨੂੰ ਕੁੱਟਮਾਰ ਕਰਕੇ ਮਾਰ ਕੇ ਚੱਲ ਗਏ, ਅਸੀਂ ਕੀ ਕਰ ਸਕਦੇ ਫਿਰ? ਸਾਨੂੰ ਤਾਂ ਕੋਈ ਹੈ ਨਹੀਂ ਗਾ ਉੱਥੇ, ਸਾਨੂੰ ਮਾਂ ਪਿਓ ਵੀ ਹੈ ਨਹੀਂ, ਕੋਈ ਪਰਿਵਾਰ ਵੀ ਹੈ ਨਹੀਂ। ਅਸੀਂ 2 ਜੀ ਰਹਿੰਦੇ ਹਾਂ ਉੱਥੇ। ਸਾਡਾ ਖੇਤ ਘਰ 'ਚ ਸਾਡਾ ਘਰ ਆ, ਖੇਤਾਂ 'ਚ ਘਰ ਆ ਸਾਡਾ, ਉਹਦੇ ਕੋਈ ਹੈ ਨਹੀਂ ਗਾ, ਨਾ ਕੋਈ ਅੱਟੀ ਨਾ ਪੱਟੀ। ਸਾਡੀ ਅਕੇਲੀ ਹੈਗੀ ਆ, ਦੋਨੇ ਜੀ ਰਹਿੰਦੇ ਆ ਉੱਥੇ। ਤੁਹਾਡੇ ਬੱਚੇ ਵਗੈਰਾ ਹੋਰ? ਹੈ ਨਹੀਂ, 2 ਮੁੰਡੇ ਆ ਸਾਡਾ, ਇੱਕ ਹੀ ਮੁੰਡਾ। ਅਸੀਂ 2 ਜੀ ਆ। ਜੇ ਸਾਨੂੰ ਨਿਆਂ ਚਾਹੀਦੀ ਆ, ਸਾਨੂੰ ਇਨਸਾਫ ਮਿਲਣੀ ਚਾਹੀਦੀ ਆ। ਮਰ ਤਾਂ ਇਹੀ ਬੇਨਤੀ ਆ ਜੀ। ਤੇ ਕੁੜੀ ਵਗੈਰਾ ਵੀ ਤੁਸੀਂ ਚਾਹੁੰਦੇ ਹੋ ਕਿ? ਕੁੜੀ ਚਾਹੁੰਦੀ ਸੀ, ਜਿਹਦੇ ਸਾਡੀ ਕੁੜੀ ਨੇ ਵਿਆਹ ਹੋ ਗਿਆ। ਅੱਛਾ, ਵਿਆਹ ਹੋ ਚੁੱਕਿਆ ਸੀਗਾ ਜੀ? ਲਾਵਾਂ ਫੇਰੇ ਹੋ ਚੁੱਕੇ ਸੀ ਸਾਰੇ? ਨਹੀਂ ਜੀ, ਨਹੀਂ ਲਾਵਾਂ ਫੇਰਾ ਨਹੀਂ, ਹਲੇ ਸ਼ੁਰੂ ਹੋ ਰਹੇ ਸੀ ਤੇ ਹਲੇ ਤਾਂ ਸ਼ੁਰੂ ਹੋ ਰਹੇ ਸੀ, ਉਹ ਪਹਿਲਾਂ ਹੀ ਆ ਗਏ ਜੀ। ਹਲੇ ਫੇਰੇ ਹੋਣ ਲੱਗੇ ਸੀਗੇ ਜੀ, ਹਲੇ ਤਾਂ ਮੱਥਾ ਟੇਕਿਆ ਸੀਗਾ ਜੀ। ਆ ਕੇ 8-9 ਜਣੇ ਆ ਗਏ। ਉਹ ਆ ਗਏ, ਉਹ 10-12 ਜਣੇ ਆ ਗਏ ਤੇ ਫਿਰ ਉਹਨਾਂ ਨੇ ਫਿਰ ਜੀ ਮਾਰ ਕੁੱਟ ਕੀਤੀ ਜੀ। ਫਿਰ ਉਹ ਮੈਨੂੰ ਕੁੱਟਣਾ ਕਰਕੇ ਲੈ ਗਿਆ ਆਪਦੇ ਘਰੇ। ਫਿਰ ਉਹਨਾਂ ਨੇ ਖੇਲ 'ਚ ਸਿੱਟਿਆ ਮੈਨੂੰ, ਪਾਣੀ 'ਚ ਕੁੱਟਦੇ ਰਹੇ, ਮੇਰੀਆਂ ਬਾਹਾਂ ਬੰਨ੍ਹ ਲਈਆਂ ਪਿੱਛੋਂ, ਪਾਣੀ 'ਚ ਛੱਡਦੇ ਰਹੇ ਜੀ। ਬਾਅਦ 'ਚ ਮੇਰੀਆਂ ਬਾਹਾਂ ਫੜ ਲਈਆਂ, ਢੂੰਈ 'ਤੇ ਬਹਿ ਗਏ, ਮੇਰੀਆਂ ਦੋਨੇ ਲੱਤਾਂ ਫੜ ਕੇ ਜੀ ਡਾਂਗਾਂ ਨਾਲ ਮੇਰੀਆਂ ਤਲੀਆਂ ਕੁੱਟਦੇ ਰਹੇ ਜੀ। ਬਾਅਦ 'ਚ ਫਿਰ ਵੀ ਪੈਪਾਂ ਨਾਲ ਕੁੱਟਿਆ। ਬਸ ਉਹਨਾਂ ਨੇ ਇਕੱਲਾ ਵੀ ਚੰਡ ਨਹੀਂ ਕੀਤਾ, ਬਾਕੀ ਸਾਰਾ ਕੁਝ ਕੀਤਾ ਜੀ। ਉਹਨਾਂ ਦੇ ਮੂਹਰੇ 3 ਗੱਡੀਆਂ ਸੀਗੀਆਂ, ਅਸਲੇ ਸੀਗੇ, ਉਹ ਸਾਰੇ ਵਿੱਚ ਉਹਨਾਂ ਦੇ ਗੱਡੀਆਂ 3 ਗੱਡੀ ਲੈ ਕੇ ਆਏ ਸੀਗੇ ਉਹਨਾਂ ਨੇ, ਤੇ ਅਸਲੇ ਉਸਲੇ ਸੀਗੇ ਉਹਨਾਂ ਦੇ। ਉਹ ਸਾਰੇ ਉੱਥੇ ਗੁਰਦੁਆਰਾ ਸਾਹਿਬ 'ਚ ਲੈ ਕੇ ਬੜੇ ਉਹਨਾਂ ਨੇ। ਅਸੀਂ ਉੱਥੇ ਗੁਰਦੁਆਰਾ ਸਾਹਿਬ 'ਚ ਸਾਨੂੰ ਕੁੱਟਣ ਲੱਗ ਗਏ, ਮੁੰਡੇ ਨੂੰ ਕੁੜੀ ਨੇ ਕੁੱਟਣ ਲੱਗ ਗਏ, ਸਾਨੂੰ ਵੀ ਮਾਰਨ ਲੱਗ ਗਏ, ਉਹਨੂੰ ਵੀ ਮਾਰਨ ਲੱਗ ਗਏ, ਜਿਹਦੇ ਸਾਡੇ ਘਰ ਵਾਲਾ ਨੇ ਵੀ ਮਾਰਨ ਲੱਗ ਗਏ। ਅਸੀਂ ਇੰਨੀ ਜਣੇ ਸੀਗੇ, ਸਾਰੇ ਨੇ ਬਹੁਤ ਮਾਰਿਆ ਸਾਨੂੰ। ਜਿਹਨੇ ਸਾਰੇ ਆ ਮਾਰਨ, ਕੋਈ ਹਾਲ ਨਹੀਂ ਸੀ ਗੁਰਦੁਆਰਾ ਵਿੱਚ। ਜੇ ਅਸੀਂ ਕਹੀਏ ਜੇ ਗੁਰਦੁਆਰਾ ਵਿੱਚ ਕੋਈ ਹਾਲ, ਉਹ ਦੇਖੋ ਜੀ ਹਨਾ ਵੀ ਦੇਖਣਾ ਚਾਹੀਦਾ ਜੀ ਆਪਾਂ ਨੂੰ, ਹਨਾ ਗੁਰੂ ਘਰੇ ਆਪਾਂ ਬੈਠੇ ਆ, ਮਾੜਾ ਮੋਟਾ ਹਨਾ ਵੈਲਿਊ ਹੋਣੀ ਚਾਹੀਦੀ ਹੈ। ਉਹਨਾਂ ਨੇ ਜਮਾਂ ਵੀ ਨਹੀਂ, ਇੱਕ ਗੁਰੂ ਗ੍ਰੰਥ ਸਾਹਿਬ ਦਾ ਜਮਾਂ ਨਹੀਂ ਲਾਜ ਨਹੀਂ ਰੱਖਿਆ ਜੀ। ਚੱਪਲਾਂ ਜੋੜੇ ਲੈ ਕੇ ਉੱਦਾਂ ਹੀ ਵਿੱਚ ਵੜ ਗਏ ਜੀ। ਉਹ ਉੱਦਾਂ ਹੀ ਵਿੱਚ ਵੜ ਗਏ ਜੀ, ਚੱਪਲਾਂ ਜੋੜੇ ਲੈ ਕੇ ਉੱਦਾਂ ਹੀ। ਬੇਅਦਬੀ ਹੋਈ ਹੈ ਜੀ ਇਹ ਗੁਰੂ ਗ੍ਰੰਥ ਸਾਹਿਬ ਦੀ ਜੀ। ਗੁਰੂ ਮਰਿਆਦਾ ਦੇ ਵਿੱਚ ਧਿਆਨ ਵੀ ਨਹੀਂ ਰੱਖਿਆ? ਹਾਂਜੀ, ਉਹਨਾਂ ਨੇ ਬੇਅਦਬੀ ਕੀਤੀ ਹੈ ਜੀ। ਉਹਨਾਂ ਦੇ ਇਹਦਾ ਵੀ ਜੀ ਉਹਨਾਂ ਦੇ ਹਨਾ ਵੀ ਕਰਨਾ ਚਾਹੀਦਾ ਹੈਗਾ ਜੀ, ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਦੀ। ਕਾਰਵਾਈ ਕਰਨੀ ਚਾਹੀਦੀ ਹੈ ਜੀ।
ਸੋ ਸਾਡੇ ਨਾਲ ਇਹਨਾਂ ਦੇ ਬ੍ਰਦਰ ਵੀ ਨੇ। ਸੋ ਕੀ ਨਾਮ ਹੈ ਜੀ ਤੁਹਾਡਾ? ਰਾਜੂ ਸਿੰਘ ਆਪਣਾ ਨਾਂ ਜੀ। ਸਰਜਨ ਪਾਰਟੀ ਦਾ ਮੈਂ ਜੀ ਪ੍ਰਧਾਨ ਹੈ ਜੀ, ਜਗਰਾਉਂ ਵਿਖੇ ਦਾ ਜੀ। ਅਤੇ ਇਹਦੇ ਬਾਰੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੀ, ਦੋਸ਼ੀ ਫੜਿਆ ਗਿਆ ਜੀ, ਉਹਦੇ 'ਚ ਕੁਝ ਫਰਾਰ ਹੋਏ ਆ ਜੀ। ਉਹਦੇ ਮੁਤਾਬਕ ਮੈਂ ਇਹ ਕਹਿਣਾ ਚਾਹੁੰਦਾ ਜੀ, ਮੁਜਰਮ ਤਾਂ ਮੁਜਰਮ ਹੀ ਆ ਜੀ, ਉਹ ਫੜੇ ਗਏ ਜੀ ਇਹਦੇ ਮੁਤਾਬਕ। ਅਤੇ ਉਹ ਕਹਿੰਦੇ ਅਸੀਂ ਪਰਚਾ ਦਰਜ ਕਰਾ ਕੇ ਸਾਡਾ ਬੰਦਾ ਫੜਿਆ ਗਿਆ, ਰਾਤ ਨੂੰ ਅਸੀਂ ਗੁੰਡੇ ਲਿਜਾ ਕੇ ਮੰਡੀਰ ਲਿਜਾ ਕੇ ਰੇਡ ਮਾਰਾਂਗੇ ਪੁਲਿਸ ਨਾਲ। ਜਦੋਂ ਤੁਸੀਂ ਕੁੜੀ ਚੱਕੀ ਆ ਉਦੋਂ ਮੁਲਾਜ਼ਮ ਕਿਉਂ ਨਹੀਂ ਲੈ ਕੇ ਆਏ? ਪਿੰਡ ਲੀਲਾਮੇ ਕਿ ਸਿੰਘ ਉੱਥੇ ਕਹਿੰਦੇ ਆ ਵੀ ਉੱਥੇ ਠੀਕ ਹੈ ਨਾ ਜੀ। ਕਰਾਂਗੇ ਅਸੀਂ ਪੁਲਿਸ ਲੈ ਕੇ। ਅਤੇ ਉਹਨਾਂ ਨੂੰ ਇਹ ਪੁੱਛਣ ਵਾਲਾ ਹੋਵੇ, ਤੂੰ ਸਰਪੰਚ ਰਿਹਾ, ਤੈਨੂੰ ਥੋੜ੍ਹੀ ਬਹੁਤੀ ਕਾਨੂੰਨ ਦਾ ਕੋਈ ਹਰਜ ਨਹੀਂ ਸੀਗਾ? ਤੈਨੂੰ ਇਹ ਨਹੀਂ ਪਤਾ ਸੀਗਾ? ਤੂੰ ਕੁੜੀ ਮੁੰਡਾ ਚੱਕਿਆ, ਤੂੰ ਮੁਲਾਜ਼ਮ ਲੈ ਕੇ ਆ, ਕੋਈ ਪੁਲਿਸ ਵਾਲਾ ਲੈ ਕੇ ਆ ਜਾਂ ਕਿਸੇ ਅਫਸਰ ਨੂੰ ਲੈ ਕੇ ਆ, ਤੈਨੂੰ ਸਰਪੰਚੀ ਦਾ ਪਤਾ ਹੋਣਾ ਚਾਹੀਦਾ ਸੀਗਾ। ਜਾਂ ਕੁੜੀ ਮਰਜ਼ੀ ਨਾਲ ਆਈ ਹੈ ਕਿ ਧੱਕੇ ਨਾਲ ਲੈ ਕੇ ਆਏ ਹੈ, ਜੇ ਕੁੜੀ ਦੀ ਸਹਿਮਤ ਨਾਲ ਆਈ ਹੈ, ਕਿੱਦਾਂ ਵੀ ਆਈ ਹੈ, ਮੁਲਾਜ਼ਮ ਲਿਆ ਕੇ ਪੁੱਛਗਿੱਛ ਕਰ ਸਕਦਾ ਸੀਗਾ ਜੀ। ਠੀਕ ਹੈ ਨਾ ਜੀ। ਮੈਂ ਇਹ ਗੱਲ ਕਹਿਣਾ ਚਾਹੁੰਦਾ ਜੀ, ਸਿੰਦਰ ਸਰਪੰਚ 'ਤੇ ਜੇ ਇੱਕ ਕੁੜੀ ਦੀ ਭੂਆ ਜੀ, ਇੱਕ ਕੁੜੀ ਦੇ ਪਿਓ 'ਤੇ ਜੀ, ਅਤੇ ਕੁੜੀ ਦੇ ਤਾਏ 'ਤੇ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹਨਾਂ 'ਤੇ ਜੀ। ਇਹਨਾਂ ਨੂੰ ਇੰਨਾ ਪਤਾ ਹੋਣਾ ਚਾਹੀਦਾ ਜੀ, ਇਹ ਕੋਈ ਇਹਨਾਂ ਦੀ ਐਫ.ਆਈ.ਆਰ ਹੁਣ ਕਰਾਉਂਦੇ ਫਿਰਦੇ ਜੀ, ਇਹ ਪਰਚਾ ਮੇਰੇ 'ਤੇ ਦਰਜ ਕਰਾਉਂਦੇ ਆ ਜੀ। ਇਹਨਾਂ ਦੇ ਪਰਚੇ ਦੇ ਸਵਾਲ 'ਤੇ ਇਹ ਉੱਠਦਾ ਜੀ ਗੱਲ ਦਾ, ਇਹਨਾਂ ਦਾ ਪਰਚਾ ਕਰਦੇ ਕਿਹੜੇ ਮੂੰਹ ਨਾਲ ਪਏ ਜੀ? ਇਹ ਕਿਸ ਸਬੰਧ ਦੇ ਵਿੱਚ ਤੁਹਾਡੇ ਤੇ ਪਰਚਾ ਦੇਣਾ ਚਾਹੁੰਦੇ ਹੋ ਵੀ ਤੁਸੀਂ ਇਹਨਾਂ ਦੀ ਹੈਲਪ ਕਰ ਰਹੇ ਹੋ? ਉਹਨਾਂ ਨੇ ਇਹ ਸੋਚਿਆ ਜੀ, ਕਹਿੰਦੇ ਇਹਨਾਂ ਨੂੰ ਜਦੋਂ ਕੁੜੀ ਮੁੰਡਾ ਉੱਥੋਂ ਲੈ ਕੇ ਗਏ ਆ ਜੀ ਗੁਰਦੁਆਰਾ ਸਾਹਿਬ ਤੋਂ, ਗੁਰਦੁਆਰਾ ਸਾਹਿਬ ਤੋਂ, ਪਹਿਲੀ ਸ਼ਰਤ ਆ ਜੀ, ਮੈਂ ਇਹਨਾਂ ਨਾਲ ਸਹਿਮਤ ਨਹੀਂ ਸੀਗਾ ਜੀ। ਠੀਕ ਹੈ ਜੀ। ਠੀਕ ਹੈ ਨਾ ਜੀ। ਮੈਂ ਸੀਗਾ ਜੀ ਇੱਕ ਜਰਨੈਲੀ ਪ੍ਰਧਾਨ ਆ ਜੀ ਆਪਣੇ ਜਗਰਾਉਂ ਦਾ ਜੀ, ਮੰਨ ਕੇ ਚੱਲੀਏ ਹਲਕਾ ਇੰਚਾਰਜ ਸਾਡੇ ਪ੍ਰਧਾਨ ਜੀ ਕਹਿੰਦੇ ਸੀ ਇਹ ਕੰਮ ਕਾਨੂੰਨੀ ਕਾਰਵਾਈ ਗਲਤ ਹੈ ਜੀ। ਮੈਂ ਉਦੋਂ ਹੀ ਸਾਥ ਛੱਡਤਾ ਸੀਗਾ ਜੀ। ਇਹਨਾਂ ਨੇ ਮੈਨੂੰ ਫੋਨ ਕੀਤਾ ਸੀਗਾ ਜੀ, ਬਾਈ ਜੀ ਮੈਂ ਐਂ ਗੱਲ ਕਰਨ ਲੱਗਿਆ ਜੀ, ਮੈਂ ਇਹਨੂੰ ਜਵਾਬ ਦਿੱਤਾ ਸੀ। ਅਤੇ ਬਾਅਦ 'ਚ ਮੈਨੂੰ ਕੁੜੀ ਨੇ ਵੀ ਗੱਲ ਕੀਤੀ ਸੀ ਮੇਰੇ ਨਾਲ। ਮੈਂ ਕੁੜੀ ਨੂੰ ਇਹ ਗੱਲ ਕਹੀ ਸੀ, ਮੈਂ ਕਿਹਾ ਬੇਟਾ ਦੇਖੋ ਤੁਸੀਂ ਇਹੋ ਜਿਹੀ ਗਲਤੀ ਕਰ ਗਏ ਹੋ, ਜੇ ਤੁਹਾਨੂੰ ਪਛਤਾਵਾ ਤੁਸੀਂ ਸਾਨੂੰ ਦੱਸੋ, ਅਸੀਂ 4 ਮੁਲਾਜ਼ਮ ਲੈ ਕੇ, ਸਾਡੇ ਬੰਦੇ ਲੈ ਕੇ ਅਸੀਂ ਤੁਹਾਡੇ ਘਰੇ ਤੁਹਾਨੂੰ ਛੱਡ ਕੇ ਆਵਾਂਗੇ। ਠੀਕ ਹੈ ਨਾ ਜੀ। ਅਸੀਂ ਤੁਹਾਨੂੰ ਤੁਹਾਡੇ ਘਰੇ ਛੱਡ ਕੇ ਆਵਾਂ। ਨਹੀਂ, ਕੁੜੀ ਕਹਿੰਦੀ ਮੈਂ ਨਹੀਂ ਜਾਣਾ ਜੀ, ਤੁਸੀਂ ਮੇਰਾ ਵਿਆਹ ਕਰਵਾ ਦਿਓ ਜੀ। ਇਹਦੇ ਖਿਲਾਫ ਮੈਂ ਹੋ ਗਿਆ ਜੀ। ਮੈਂ ਕਿਹਾ ਮੈਂ ਨਹੀਂ ਇਹੋ ਜਿਹੇ ਕੰਮ ਕਰਨੇ, ਨਾ ਮੈਂ ਇਸ ਕੰਮ 'ਚ ਪੈਣਾ। ਮੈਂ ਹੈਗਾ ਲੋਕਾਂ ਦੀ ਸਮੱਸਿਆ ਹੱਲ ਆਉਂਦੇ ਆ ਮੇਰੇ ਕੋਲੇ, ਮੈਂ ਉਹਦੇ ਜਾਣਾ ਰਹਿਣਾ, ਮੈਨੂੰ ਕੱਲ੍ਹ ਨੂੰ ਲੋਕ ਕੀ ਕਹਿਣਗੇ ਜੀ। ਠੀਕ ਹੈ ਜੀ। ਹੁਣ ਸਰਪੰਚ ਉਹ ਕਹਿਣ ਲੱਗਿਆ ਜੀ, ਸਿੰਦਰ ਕਹਿੰਦਾ ਮੈਂ ਇਹਦੇ 'ਤੇ ਪਰਚਾ ਸ਼ੁਰੂ ਕਰਾ ਕੇ ਇਹਨੂੰ ਚੁਕਾ ਕੇ, ਕਹਿੰਦਾ ਪੁਲਿਸ ਤੋਂ ਕਾਰਵਾਈ ਕਰਾ ਕੇ ਤੂੰ ਪੁੱਛਗਿੱਛ ਕਰੂੰਗਾ ਜੀ। ਹਾਂ ਵੀ ਤੂੰ ਕਿੱਦਾਂ ਰੱਖਿਆ ਕਿੱਦਾਂ ਨਹੀਂ। ਉਹ ਮੇਰੇ 'ਤੇ ਕਾਹਦੀ ਕਾਰਵਾਈ ਕਰਨਾ ਚਾਹੁੰਦਾ ਜੀ ਉਹ, ਕਿਉਂਕਿ ਕਸੂਰਵਾਰ ਤਾਂ ਉਹ ਖੁਦ ਹੈ ਜੀ। ਮੁੰਡਾ ਕੁੜੀ ਨੂੰ ਚੱਕਣ ਆਇਆ ਜੀ, ਨਾ ਤਾਂ ਉਹਦੇ ਕੋਲੇ ਕੋਈ ਪੁਲਿਸ, ਨਾ ਕੋਈ ਉਹਦੇ ਕੋਲੇ ਕੋਈ ਪ੍ਰਸ਼ਾਸਨ ਜੀ। ਅਸਲਾ ਲੈ ਕੇ ਐਵੇਂ ਲੋਕਾਂ ਨੂੰ ਡਰਾਉਂਦਾ ਫਿਰਦਾ। ਜੇ ਸਰਕਾਰ ਨੇ ਅਸਲਾ ਦਿੱਤਾ ਤਾਂ ਇਹ ਤਾਂ ਨਹੀਂ ਹੈ ਨਹੀਂਗਾ ਜੀ ਉਹਨੂੰ ਕਿਸੇ ਗਲਤ ਇਸਤੇਮਾਲ ਕਰੂਗਾ ਜੀ, ਜਾਂ ਉਹਨੂੰ ਕੋਈ ਸਪੋਰਟ ਦਿੱਤੀ ਹੈ ਜੀ, ਨਜਾਇਜ਼ ਫਾਇਦੇ ਚੱਕ ਰਿਹਾ ਜੀ। ਲਿਆ ਕੇ 10-12 ਗੁੰਡੇ ਲਿਆਉਂਦਾ ਜੀ, ਗੱਡੀ 'ਚ ਲੱਦ ਲਿਆਉਂਦਾ ਜੀ, ਹਰ ਇੱਕ ਨੂੰ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ ਜੀ। ਕਿਸੇ ਦਾ ਡਰ ਨਹੀਂ, ਨਾ ਪ੍ਰਸ਼ਾਸਨ ਦਾ, ਨਾ ਪੁਲਿਸ ਪ੍ਰਸ਼ਾਸਨ ਦਾ, ਕਿਸੇ ਦਾ ਵੀ ਡਰ ਹੈ ਨਹੀਂਗਾ ਜੀ। ਮੈਂ ਪੁਲਿਸ ਨੂੰ ਇਹ ਸੋਚਣਾ ਚਾਹੀਦਾ ਜੀ, ਇੰਨੇ ਪਰਚੇ ਹੋਏ ਜੀ, ਇੰਨੀ ਛੇਤੀ ਇਹਦੀ ਜ਼ਮਾਨਤ ਹੋ ਜਾਂਦੀ, ਇਹ ਹੁੰਦੀ ਕਾਹਤੋਂ ਆ ਜੀ? ਜਿੰਨਾ ਉਹ ਕੰਮ ਕਰਦਾ ਜੀ। ਹੁਣ ਆਹ ਕੁੜੀ ਮੁੰਡਾ ਚੱਕਿਆ ਜੀ ਇਹਨੇ, ਕੁੜੀ ਮੁੰਡਾ ਚੱਕਿਆ ਜੀ, ਮੁੰਡਾ ਚਲੋ ਜੀ ਖੈਰ ਸੁੱਖ ਨਾਲ ਬਰਾਮਦ ਕਰ ਲਿਆ ਜੀ। ਕੁੜੀ ਕਿਉਂ ਨਹੀਂ ਬਰਾਮਦ ਹੋਈ ਹੈ ਜੀ ਹਜੇ ਤੱਕ? ਕੁੜੀ ਹਜੇ ਤੱਕ ਲਾਪਤਾ ਜੀ। ਮਤਲਬ ਨਾਲੇ ਗਰੀਬ ਤੇ ਜ਼ੋਰ ਚੱਲਦਾ, ਅਮੀਰ ਤੇ ਨਹੀਂ, ਜਿਹਨੂੰ ਕਹਿ ਦਈਏ ਆਪਾਂ। ਹਾਂਜੀ, ਗਰੀਬ ਤੇ ਜ਼ੋਰ ਚਲਾ ਰਿਹਾ ਜੀ, ਅਮੀਰ ਤੇ ਕਿਉਂ ਨਹੀਂ ਚਲਾਉਂਦੇ? ਹੁਣ ਤਾਂ ਜੀ ਅਸੀਂ ਇਹੀ ਮੰਗ ਕਰ ਰਹੇ ਹਾਂ ਜੀ, ਇਸ ਨੂੰ ਜੱਗਾ ਸਿੰਘ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਕਾਨੂੰਨੀ ਕਾਰਵਾਈ 'ਚ ਜੀ। ਜਿਹੜਾ ਸਿੰਦਰ ਸਰਪੰਚ ਹੈ ਜੀ, ਜਿੱਦਾਂ ਕਿ ਉਹਦੇ ਭੂਆ ਦੇ ਮੁੰਡੇ ਜੀ, ਉਹਦਾ ਪਿਓ ਜੀ, ਜਿੱਥੋਂ ਵੀ ਮੰਡੀਰ ਲੈ ਕੇ ਆਈ, ਇਹਨਾਂ ਨੂੰ ਗ੍ਰਿਫਤਾਰ ਹੋਣਾ ਚਾਹੀਦਾ ਜੀ। ਅਤੇ ਜਿਹੜਾ ਆਪਣੇ ਘਰ ਇਹ ਆ ਕੇ ਗੇੜੇ ਮਾਰਦੇ ਜੀ, ਉਹ ਬੰਦ ਹੋਣਾ ਚਾਹੀਦਾ ਜੀ ਇਹਨਾਂ ਦਾ ਕੰਮ। ਪੁਲਿਸ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੀ ਇਹਨਾਂ ਦੇ ਖਿਲਾਫ। ਅਤੇ ਨਾਲ ਹੀ ਜੀ ਇਹਨਾਂ ਦਾ ਜਿਹੜਾ ਉਹ ਕੁੜੀ ਨੂੰ ਪੇਸ਼ ਕਰਨਾ ਚਾਹੀਦਾ ਜੀ। ਤੁਸੀਂ ਜਦੋਂ ਇਹ ਪੁਲਿਸ ਪ੍ਰਸ਼ਾਸਨ ਕੋਲੇ ਗਏ ਨੇ, ਇਹਨਾਂ ਦੇ ਮਾਤਾ ਜੀ ਜਾਂ ਦੂਜੇ, ਤੁਸੀਂ ਵੀ ਜਾ ਕੇ ਆਏ ਉਹਨਾਂ ਕੋਲ? ਤੁਸੀਂ ਫਿਰ ਉਹਨਾਂ ਨੂੰ ਦੱਸਿਆ ਵੀ ਇੱਦਾਂ ਸਰਪੰਚ ਤੁਹਾਨੂੰ ਜਿਹੜਾ ਆਪਣਾ ਵੋਟਰ ਵਾਲਾ ਧਮਕੀ ਦੇ ਰਿਹਾ ਵਾ? ਹਾਂਜੀ, ਅਸੀਂ ਪੁਲਿਸ ਨੂੰ ਦੱਸਿਆ ਹੋਇਆ ਜੀ। ਪੁਲਿਸ ਕਹਿੰਦੀ ਕੋਈ ਗੱਲ ਨਹੀਂ, ਅਸੀਂ ਕਾਰਵਾਈ ਕਰ ਰਹੇ ਹਾਂ ਜੀ। ਕੱਲ੍ਹ ਮੁਜਰਮ ਫੜਿਆ ਸੀਗਾ ਜੀ, ਉਹਦੇ ਨਾਲ ਪੁਲਿਸ ਆਪਾਂ ਨੂੰ ਨਾਲ ਲੈ ਕੇ ਗਈ ਹੈ ਜੀ। ਪੁਲਿਸ ਦੇ ਥਰੂ ਉਹ ਮੈਨੂੰ ਕਹਿਣ ਲੱਗੇ, ਮੁਜਰਮ ਕਹਿਣ ਲੱਗਿਆ ਜੀ ਮੈਂ ਹੈ ਨਹੀਂ ਗਾ ਜੀ। ਮੁਜਰਮ ਸਾਰੀਆਂ ਗੱਲਾਂ ਮੰਨ ਚੁੱਕਿਆ ਹੈਗਾ ਜੀ। ਮੁਜਰਮ ਨੇ ਗੱਡੀ 'ਚ ਬੈਠਣ ਸਾਰੀ ਦੱਸਤਾ ਸੀਗਾ ਜੀ ਸਾਨੂੰ,
ਬਸ ਸਾਡੀ ਹੈ ਉਸ ਜੀ। ਟਾਈਮ ਨਾਲ ਸੀਗਾ ਜਿਸ ਟਾਈਮ ਇਹਨਾਂ ਨੂੰ ਚੱਕਣ ਆਏ ਸੀਗੇ। ਹਾਂਜੀ। ਕੀ ਨਾਮ ਆ ਜੀ ਉਹਨਾਂ ਦਾ ਜਿਹੜੇ ਫੜੇ ਗਏ ਨੇ, ਉਹ ਕੌਣ ਨੇ ਮਤਲਬ? ਉਹ ਤਾਂ ਜੀ ਉਹਨੂੰ ਹੁਣੇ ਆਪਣਾ ਕੱਚੇ ਨਾਂ ਤੋਂ ਹੀ ਜਾਣਦੇ ਆ ਜੀ, ਪਿੰਡ ਦਾ ਮੁੰਡਾ ਜੀ, ਸੱਤੂ ਕਹਿੰਦੇ ਆ ਜੀ ਉਹਨੂੰ, ਅੱਛਾ ਜੀ। ਬੱਟਰ ਦਾ ਜੀ। ਪੱਕਾ ਉਹ ਪਤਾ ਨਹੀਂ ਮਨਜੀਤ ਕਹਿੰਦਾ ਸੀ, ਪਤਾ ਨਹੀਂ ਕੀ ਆ ਜੀ, ਪੱਕੇ ਨਾਂ ਦੇ ਨਹੀਂ ਪਤਾ, ਪੱਕਾ ਤਾਂ ਨਹੀਂ ਪੁਲਿਸ ਨੂੰ ਪਤਾ ਹੋਣਾ ਜੀ। ਕੁੜੀ ਦੇ ਰਿਸ਼ਤੇਦਾਰੀ ਚੋਂ ਆ ਕਿ ਸਰਪੰਚ ਉਹਨਾਂ ਦੇ ਕੋਈ ਸੰਬੰਧ ਆ? ਨਹੀਂ, ਇਹ ਸਰਪੰਚ ਨਾਲ ਆਇਆ ਜੀ, ਸਰਪੰਚ ਦੇ ਸੰਬੰਧ ਹੈ ਜੀ। ਉਹਨੇ ਸਰਪੰਚ ਦੇ ਘਰੇ ਕਿਤੇ ਉਹ ਕੰਮ ਕਰਦਾ ਜੀ, ਸਰਪੰਚ ਨੇ ਕਿਹਾ ਜੀ, ਕਹਿੰਦਾ ਚਲੋ ਚੱਲੀਏ ਆਪਾਂ ਕਿਸੇ ਨੂੰ ਲੈ ਕੇ ਆਈਏ। ਪਰ ਉਹਨੂੰ ਇੰਨਾ ਪਤਾ ਹੋਣਾ ਚਾਹੀਦਾ, ਸਰਪੰਚ ਤੈਨੂੰ ਕਿੱਥੇ ਕਹਿ ਦੇਗਾ ਤੂੰ ਖੂਹ 'ਚ ਛਾਲ ਮਾਰ, ਤੂੰ ਖੂਹ 'ਚ ਛਾਲ ਥੋੜੀ ਮਾਰੇਗਾ। ਉਹ ਲੈ ਕੇ ਆਇਆ ਜੀ, ਕਹਿੰਦਾ ਮੈਂ ਤਾਂ ਕੁੱਟ ਮਾਰ ਕੀਤੀ ਨਹੀਂ। ਸ਼ੀਸ਼ੀ ਜਿਹੜੇ ਵੀਡੀਓ 'ਚ ਜੀ ਕੈਮਰੇ ਸਿੱਧਾ ਆਇਆ ਹੋਇਆ ਜੀ, ਕਿਹੋ ਜਿਹੀ ਬੈਸਬਾਲ ਲੈ ਕੇ ਉਹ ਤੁਰਿਆ ਫਿਰਦਾ ਸੀਗਾ ਜੀ। ਉਹਨੂੰ ਮੈਂ ਖੁਦ ਦਿਖਾਈ ਆ ਜੀ ਵੀਡੀਓ। ਮੈਂ ਕਿਹਾ ਆਹ ਦੇਖੋ ਤੁਸੀਂ ਹੈਗੇ ਕੋਈ ਨਹੀਂ ਹੈਗੇ, ਕਹਿੰਦਾ ਹੈਗੇ ਆ ਜੀ। ਫਿਰ ਉਹਨਾਂ ਦੇ ਸਾਰੇ ਨਾਂ ਬੋਲੇ ਗਏ ਜੀ। ਠੀਕ ਹੈ ਜੀ। ਹੁਣ ਜਿਹੜਾ ਜੀ ਸਰਪੰਚ ਦੇ ਨਾਲ ਜਿਹੜਾ ਹਨੀ ਮੁੰਡਾ ਜੀ, ਬਸ ਇੱਕ ਇਹ ਜ਼ਿਆਦਾ ਖਰਾਬ ਕਰਦਾ ਪਿਆ ਜੀ ਇਹਨਾਂ ਨੂੰ ਜੀ, ਹੋਰ ਕੋਈ ਗੱਲ ਨਹੀਂ। ਹੁਣ ਮੇਰੀ ਸਰਕਾਰ ਤੋਂ ਇਹ ਮੰਗ ਹੈ ਜੀ, ਹੁਣ ਇਹਨਾਂ ਦਾ ਇਨਸਾਫ ਇਹ ਹੋਣਾ ਚਾਹੀਦਾ ਜੀ। ਇਹ ਪਿੰਡ 'ਚ ਜਾਣਗੇ ਜੀ, ਉੱਥੇ ਪਿੰਡ ਜਾਣਗੇ ਬੱਟਰ, ਇਹਨਾਂ ਦਾ ਜ਼ਿੰਮੇਦਾਰ ਕੌਣ ਹੈ ਜੀ? ਇਹਨਾਂ ਦੀ ਜ਼ਿੰਮੇਵਾਰੀ ਮੈਂ ਇਹ ਸਮਝਦਾ ਜੀ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਦੀ ਪੂਰੀ ਸਿਕਿਉਰਿਟੀ ਮਿਲਣੀ ਚਾਹੀਦੀ ਹੈ ਜੀ। ਸਰਪੰਚ ਤੋਂ ਇਹਨਾਂ ਨੂੰ ਕੁੜੀ ਦੇ ਭੂਆ ਬੰਨਿਓ ਅਤੇ ਇਹਨਾਂ ਨੂੰ ਸਰਪੰਚ ਬੰਨਿਓ, ਇਹਨਾਂ ਨੂੰ ਪਿੰਡ 'ਚ ਰਹਿਣ ਦਾ ਮੁਆਵਜ਼ਾ ਦਿੱਤਾ ਜਾਵੇ ਜੀ, ਉੱਥੇ ਹੁਕਮ ਦਿੱਤਾ ਜਾਵੇ ਜੀ। ਅਤੇ ਇਹਨਾਂ ਨੂੰ ਧਮਕੀਆਂ ਨਾ ਦਿੱਤੀਆਂ ਜਾਣ ਜੀ। ਇਸ ਗੱਲ ਨੂੰ ਧਮਕੀ ਦੇ ਰਿਹਾ ਜੀ ਉਹ, ਕਹਿੰਦੇ ਅਸੀਂ ਲੱਤਾਂ ਬਾਹਾਂ ਤੋੜ ਦਾਂਗੇ ਜਾਂ ਫਿਰ ਮਾਰ ਦਾਂਗੇ ਜੀ। ਮਤਲਬ ਤੁਸੀਂ ਸਿਕਿਉਰਿਟੀ ਚਾਹੁੰਦੇ ਹੋ ਪੁਲਿਸ ਪ੍ਰਸ਼ਾਸਨ ਜਾਂ ਅਦਾਲਤ ਕੰਨੀ ਹੋ? ਹਾਂਜੀ, ਅਸੀਂ ਸਿਕਿਉਰਿਟੀ ਚਾਹੁੰਦੇ ਹਾਂ ਜੀ। ਸਾਡੇ ਬੱਚਿਆਂ ਦੀ ਵੀ ਕੁੱਟ ਮਾਰ ਠੀਕ ਹੈ ਜੀ। ਬੱਚੇ 3 ਬੱਚੇ ਸੀਗੇ ਸਾਡੇ ਕੋਲ, ਬੱਚਿਆਂ ਦੀ ਵੀ ਕੁੱਟ ਮਾਰ ਕੀਤੀ ਤੇ ਮੇਰੀ ਵੀ ਕੀਤੀ ਕੁੱਟ ਮਾਰ ਨਾਲ। ਤੇ ਸਾਡੇ ਪਿੰਡ ਧਮਕੀਆਂ ਜਾ ਕੇ ਦਿੰਦੇ ਆ, ਮੇਕ ਸਿੰਘ ਲੀਲਾ। ਸਾਡੀ ਕੋਈ ਲੜਾਈ ਝਗੜਾ ਨਹੀਂ ਸਰਪੰਚ ਨਾਲ ਜੀ, ਤੇ ਉਹ ਜਾਣ ਕੇ ਪੰਗੇ ਲੈਂਦਾ। ਹੁਣ ਸਿਰਫ ਜਾਣੀ ਦੀ ਇੱਕ ਰਿਸ਼ਤੇਦਾਰੀ ਲਾ ਲਓ ਜਾਂ ਯਾਰੀ ਦੋਸਤੀ ਲਾ ਲਓ, ਉਹਦੇ ਵਿੱਚ ਤੁਸੀਂ ਇਹਨਾਂ ਦੀ ਹੈਲਪ ਕਰ ਰਹੇ ਹੋ, ਉਹਦੇ ਚੱਕਰਾਂ 'ਚ ਤੁਹਾਨੂੰ ਵੀ ਉਹਨਾਂ ਨੇ ਲਪੇਟ ਲਿਆ। ਹਾਂਜੀ। ਤੇ ਬੱਚਿਆਂ ਨੂੰ ਜਦੋਂ ਅਸੀਂ ਛਡਾਉਣ ਲੱਗੇ ਜੀ, ਸਾਨੂੰ ਵੀ ਘੋੜਨੇ ਲੈ ਕੇ ਪਿਆ, ਜਿਹੜਾ ਅਸੀਂ ਮੁਜਰਮ ਫੜਾਇਆ ਜੀ। ਤੇ ਹੁਣ ਸਾਰੇ ਮੁਜਰਮ ਸੀਗੇ ਇੱਥੇ ਜਿਹੜੇ, ਉਹ ਪੇਸ਼ ਹੋਣੇ ਚਾਹੀਦੇ ਥਾਣੇ 'ਚ। ਟੋਟਲ ਤੁਹਾਡੇ ਹਿਸਾਬ ਨਾਲ ਕਿੰਨੇ ਕੁ ਜਾਣੇ ਸੀਗੇ ਜੀ ਉਸ ਦਿਨ? ਹੈਗੇ ਜੀ 12-13 ਕੁ ਜਾਣੇ ਬਾਹਰ ਆ ਜੀ, 3 ਗੱਡੀਆਂ ਜੀ, 5-7 ਜਾਣੇ ਅੰਦਰ ਆ ਜੀ, 10 ਕੁ ਜਾਣੇ ਇੰਨੇ ਕੁ ਅੰਦਰ ਹੈਗੇ ਆ ਜੀ, ਜਿਹੜੇ ਸੀਸੀਟੀਵੀ ਫੁਟੇਜ 'ਚ ਆਏ ਹੋਏ ਆ। ਉਹ ਆਏ ਹੋਏ ਆ ਜੀ, ਗੱਡੀਆਂ 'ਚ ਆਏ ਹੋਏ ਆ ਜੀ। ਗੱਡੀ 'ਚ ਹਲਾ ਵਗੈਰਾ ਵੀ ਸੀਗਾ ਇਹਨਾਂ ਕੋਲ ਜੀ, ਸਾਰਾ ਕੁਝ ਸੀਗਾ ਜੀ। ਕਿਉਂਕਿ ਸਾਨੂੰ ਪਤਾ ਜੀ ਇਹ ਅਸਲੀ ਤੋਂ ਬਗੈਰ ਤਾਂ 1 ਮਿੰਟ ਨਹੀਂ ਰਹਿ ਸਕਦਾ ਜੀ, ਤੁਰ ਨਹੀਂ ਸਕਦਾ। ਕਿਉਂਕਿ ਇਹ ਧਮਕੀ ਇਹਦੇ ਗੱਲ ਨੂੰ ਦਿੰਦਾ ਜੀ, ਇਹ ਹੋਰ ਕੋਈ ਇਹਦੇ 'ਤੇ ਉਹ ਹੈ ਨਹੀਂ ਗਾ ਜੀ। ਬਾਕੀ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਜੀ, ਪੁਲਿਸ ਨੂੰ ਵੀ ਇਹਦੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੀ। ਜਿੱਥੇ ਪੁਲਿਸ ਇੱਕ ਪਾਸੇ ਗੈਂਗਸਟਰਾਂ ਦਾ ਮੁਕਾਬਲਾ ਕਰਦੀ ਹੈ, ਜਿਹੜੇ ਹਥਿਆਰਬੰਦ ਹੁੰਦੇ ਉਹਨਾਂ ਨੂੰ ਆਪਾਂ ਮਿੰਟ ਤੋਂ ਪਹਿਲਾਂ ਫੜ ਕੇ ਅੰਦਰ ਕਰ ਦਿੰਦੇ ਆ, ਤੇ ਫਿਰ ਇਹ ਕਿਸ ਤਰ੍ਹਾਂ ਬਾਹਰ ਘੁੰਮਦਾ ਫਿਰਦਾ? ਇਹ ਕਿਸ ਕੈਟਾਗਰੀ ਦੇ ਵਿੱਚ ਆਉਂਦੇ ਆ ਜਿਹੜੇ ਇਸ ਤਰ੍ਹਾਂ ਹਥਿਆਰ ਲੈ ਕੇ ਫਿਰਦੇ ਨੇ? ਨਹੀਂ ਹੁੰਦਾ ਪਿਆ ਜੀ ਮਹਾਰਾਜ ਜੀ, ਇਹ ਪੁਲਿਸ ਨੂੰ ਪਤਾ ਹੋਣਾ ਚਾਹੀਦਾ ਜੀ, ਇਹ ਕਿਉਂ ਨਹੀਂ ਸਬੂਤ ਕਰਦੀ ਹੈ ਜੀ। ਹੁਣ ਮੁੰਡਾ ਕੁੜੀ ਚੱਕਿਆ ਜੀ, ਸਰਪੰਚ ਵਿੱਚ ਹੈਗਾ ਜੀ, ਤੇ ਪੁਲਿਸ ਨੂੰ ਪਤਾ ਲੱਗਣਾ ਚਾਹੀਦਾ ਜੀ, ਕਿਉਂਕਿ ਇਹਨੂੰ ਕਿਉਂ ਇਹੋ ਜਿਹੇ ਕੰਮ ਕਰਦਾ ਜੀ। ਇਹਦੇ ਵਾਸਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੀ। ਪਹਿਲੀ ਸ਼ਰਤ ਤਾਂ ਇਹੋ ਜਿਹੇ ਬੰਦੇ ਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ ਹੈ ਜੀ, ਜਿਹੜੀ ਪੁਲਿਸ ਪਤਾ ਨਹੀਂ ਕਿਹੋ ਜਿਹੀ ਕਰਦੀ ਹੈ ਜੀ, ਜਿਹੜੀ ਇਹਦੀ ਜ਼ਮਾਨਤ ਹੋ ਜਾਂਦੀ ਹੈ ਜੀ। ਉਹੀ ਅਸੀਂ ਕਹਿੰਦੇ ਹਾਂ ਜੀ, ਇਹ ਸਰਪੰਚ ਤੋਂ ਹੀ ਅਸੀਂ 1 ਮਿੰਟ ਦਾ ਵੀ ਇਹਨਾਂ ਦਾ ਵਿਸ਼ਵਾਸ ਹੈ ਨਹੀਂ ਗਾ ਜੀ ਇਹਦੇ 'ਤੇ ਜੀ, ਕੁਛ ਵੀ ਕਰ ਸਕਦਾ ਜੀ। ਧੰਨਵਾਦ ਜੀ। ਸੋ ਤੁਸੀਂ ਦੇਖਿਆ ਲੜਕੇ ਦੇ ਜਿਹੜੇ ਕਰੀਬੀ ਨੇ ਉਹਨਾਂ ਕੰਨਿਓ ਵੀ ਬਿਆਨ ਦਿੱਤੇ ਗਏ ਵੀ ਉਹਨਾਂ ਨੇ ਵੀ ਇਹ ਦੱਸਿਆ ਵੀ ਜਿਹੜੇ ਇਹ ਨਾਲ ਵਿਅਕਤੀ ਆਏ ਸੀ ਉਸ ਦਿਨ ਕਿਡਨੈਪ ਕਰ ਲਈ, ਉਹ ਕਿੰਨੇ ਕੁ ਮਤਲਬ ਆਪਣੇ ਆਪ 'ਚ ਖਤਰਨਾਕ ਨੇ, ਔਰ ਕਿਵੇਂ ਉਹ ਹਥਿਆਰ ਸ਼ਰੇਆਮ ਚੱਕਦੇ ਫਿਰਦੇ ਰਹਿੰਦੇ ਨੇ। ਔਰ ਤੁਸੀਂ ਇਹ ਦੇਖੋ ਵੀ ਜੇ ਪਿੱਛੇ ਜੇ ਆਪਾਂ ਦੇਖਿਆ ਜਾਵੇ ਵੀ ਕਿੰਨੇ ਕੁ ਗੈਂਗਸਟਰਾਂ ਨਾਲ ਮੁਕਾਬਲਾ ਹੋ ਕੇ ਹਲੇ ਤੱਕ ਕੱਲ੍ਹ ਗੈਂਗਸਟਰ ਸੇਖੋ ਨਾਮ ਦਾ ਗੈਂਗਸਟਰ ਜਿਹੜਾ ਪੁਲਿਸ ਕੰਨਿਓ ਘੇਰਾ ਪਾ ਕੇ ਫੜਿਆ ਗਿਆ। ਔਰ ਜੇ ਇਸ ਤਰ੍ਹਾਂ ਦੇ ਜਿਹੜੇ ਸਾਬਕਾ ਸਰਪੰਚ ਰਹਿ ਚੁੱਕੇ ਨੇ, ਸਰਕਾਰਾਂ ਦੇ ਵਿੱਚ ਰਹਿ ਚੁੱਕੇ ਨੇ, ਜੇ ਉਸ ਤਰ੍ਹਾਂ ਦੇ ਲੋਕ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨਗੇ, ਫਿਰ ਆਮ ਲੋਕਾਂ ਦਾ ਤਾਂ ਰੱਬ ਹੀ ਰਾਖਾ। ਸੋ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਵੀ ਹੁਣ ਅਸੀਂ ਪੁੱਛਗਿੱਛ ਕਰਦੇ ਹਾਂ ਵੀ ਇਸ ਸੰਬੰਧ ਦੇ ਵਿੱਚ ਵੀ ਕੀ ਬਣਿਆ ਔਰ ਕਿਸ ਤਰ੍ਹਾਂ ਦੀ ਕਾਰਵਾਈ ਚੱਲਦੀ ਹੈ। ਸੋ ਸਰ, ਜਿਹੜਾ ਪਰਸੋਂ ਇੱਥੇ ਗੁਰਦੁਆਰੇ ਦੇ ਵਿੱਚ ਇੱਕ ਘਟਨਾ ਹੋਈ ਹੈ ਜੀ, ਜਿੱਥੇ ਲੜਕਾ ਲੜਕੀ ਮੈਰਿਜ ਕਰਵਾ ਰਹੇ ਸੀ, ਉਹਨਾਂ ਨੂੰ ਸੱਟ ਲਿਆ ਕੇ ਕੁਝ ਬੰਦੇ ਕਿਡਨੈਪ ਕਰਕੇ ਲੈਂਦੇ, ਕੀ ਮਸਲਾ ਜੀ? ਉਹਦੇ 'ਚ ਕਿਹੜੀ FIR ਲਾਂਚ ਹੋਈ ਹੈ ਜੀ, ਔਰ ਕਿੰਨੇ ਕੁ ਬੰਦੇ ਉਹਦੇ 'ਚ ਨਾਮਜ਼ਦ ਹੋਏ ਜੀ? ਇਹ ਜਿਹੜੀ ਇਨਸੀਡੈਂਟ ਹੋਇਆ ਸੀਗਾ ਜੀ, ਇਹ ਜਿਹੜਾ ਲੜਕਾ ਤੇ ਲੜਕੀ ਦਾ ਪਰਿਵਾਰ ਹੈ ਜੀ, ਉਹ ਇਹਦੇ ਵਿੱਚ ਇਨਵੋਲਡ ਹੋਇਆ ਜੀ। ਜਿਹੜਾ ਲੜਕੇ ਜੰਗ ਸਿੰਘ ਹੈ ਜੀ,
ਤੇ ਲੜਕੀ ਰਸ਼ਪਿੰਦਰ ਕੌਰ ਜੀ ਇਹ ਆਪਸ 'ਚ ਪਿਆਰ ਕਰਦੇ ਸੀਗੇ ਤੇ ਇਹ ਵਿਆਹ ਕਰਾਉਣ ਵਾਸਤੇ ਇੱਥੇ ਆਏ ਸੀਗੇ। ਲੜਕੇ ਦੀ ਫੈਮਿਲੀ ਅਗਰੀ ਸੀਗੀ, ਉਹ ਉੱਥੇ ਮੌਜੂਦ ਸੀ, ਪਰ ਲੜਕੀ ਦੀ ਫੈਮਿਲੀ ਅਗਰੀਡ ਨਹੀਂ ਸੀ। ਇਸ ਕਰਕੇ ਲੜਕੀ ਦੀ ਫੈਮਿਲੀ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਲੜਕਾ ਤੇ ਲੜਕੀ ਨੂੰ ਉੱਥੋਂ ਲਿਜਾਇਆ ਗਿਆ। ਕੱਲ੍ਹ ਦੀ ਜੀ ਅਪਡੇਟ ਇਹ ਹੈ ਕਿ ਜਿਹੜਾ ਲੜਕਾ ਹੈ ਉਹਨੂੰ ਕੁੱਟਮਾਰ ਕਰਕੇ ਜੀ ਇਹ ਆਪਣਾ ਦੋਦਰ ਉਧਰ ਛੱਡ ਕੇ ਗਏ ਸੀਗੇ ਤੇ ਉਹਨੇ ਇਨਫੋਰਮ ਕੀਤਾ ਆਪਣੇ ਮਾਤਾ ਪਿਤਾ ਨੂੰ, ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਤੇ ਉਹ ਸਹੀ ਸਲਾਮਤ ਇੱਥੇ ਆ ਗਿਆ ਜੀ। ਉਹਨੇ ਫਿਰ ਇੱਕ ਸੁਰਜੀਤ ਸਿੰਘ ਨਾਮ ਉਰਫ ਸੱਤੂ ਉਹਦਾ ਨਾਮ ਸਾਨੂੰ ਦੱਸਿਆ ਜੀ। ਅਸੀਂ ਉਸ ਦੀ ਇਨਫੋਰਮੇਸ਼ਨ ਟਰੇਸ ਕਰਕੇ ਜੀ ਉਹਨੂੰ ਅਰੈਸਟ ਕੀਤਾ ਜੀ, ਸੁਰਜੀਤ ਸਿੰਘ ਨੂੰ ਜੀ, ਜੋ ਇੱਕ ਉਹਦੇ ਵਿੱਚ ਇਨਵੋਲਵਡ ਸੀਗਾ ਕਿਡਨੈਪਿੰਗ ਦੇ ਵਿੱਚ। ਮੇਨ 4 ਬੰਦਿਆਂ ਦੇ ਉੱਪਰ FIR ਲੌਂਚ ਕੀਤੀ ਗਈ ਸੀ 143 365 ਦੇ ਵਿੱਚ ਜੀ। ਤੇ ਇਹਦੇ ਸਰ ਜਿਹੜਾ ਸੁਣਨ ਨੂੰ ਇਹ ਵੀ ਮਿਲਦਾ ਵੀ ਇਹਦੇ ਵਿੱਚ ਜਿਵੇਂ FIR ਲਾਂਚ ਕੀਤੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਜਦੋਂ CCTV ਫੁਟੇਜ ਦੇ ਵਿੱਚ ਆਪਾਂ ਦੇਖਦੇ ਹਾਂ ਉਹਨਾਂ ਦੇ ਜੁੱਤੀਆਂ ਵਗੈਰਾ ਵੀ ਪਾਈਆਂ ਮਹਾਰਾਜ ਦੇ ਸਰੂਪ ਸਾਹਮਣੇ, ਉਹ ਜੁੱਤੀਆਂ ਪਾ ਕੇ ਆਉਂਦੇ ਆ ਜਿਵੇਂ ਆਮ ਆਪਾਂ ਧਾਰਾ ਉਹਦੇ 'ਚ ਲੱਗਦੀ ਹੈ ਜੀ। ਦੂਸਰੀ ਗੱਲ ਇਹ ਵੀ ਸੁਣਨ ਨੂੰ ਮਿਲਦੀ ਹੈ ਜੀ ਉਹਨਾਂ ਕੋਲ ਹਥਿਆਰ ਵੀ ਸੀ, ਕਿਉਂਕਿ ਜਿਹੜੇ ਹੱਥ 'ਚ ਲੱਕੜ ਵਗੈਰਾ ਦੇ ਤਾਂ ਦਿਖਦੇ ਆ, ਕਹਿੰਦੇ ਕੁਝ ਹਥਿਆਰ ਵੀ ਸੀ। ਉਹਦੇ ਖਿਲਾਫ ਵੀ ਕੁਝ ਧਾਰਾ ਲਾਈ ਹੈ ਕਿਉਂਕਿ ਉਹ ਸਾਬਕਾ ਸਰਪੰਚ ਕਹਿੰਦੇ ਆ ਜੀ ਬੁੱਟਰ ਦਾ ਜੀ, ਤੇ ਉਹਦੇ ਖਿਲਾਫ ਵੀ ਕੋਈ ਧਾਰਾ ਕੋਈ ਦਰਜ ਕੀਤੀ? ਫਿਲਹਾਲ ਜੀ ਸਾਨੂੰ ਗੁਰਦੁਆਰੇ ਦੇ ਜਿਹੜੇ ਆਪਣੇ ਮੈਂਬਰ ਹੈਗੇ ਜੀ ਉਹਨਾਂ ਵੱਲੋਂ ਇਦਾਂ ਦੀ ਕੋਈ ਕੰਪਲੇਂਟ ਨਹੀਂ ਹੈ ਜੀ। ਇਹ ਗੱਲ ਤਸਦੀਕ ਨਹੀਂ ਹੈਗੀ ਜੀ, ਤੇ ਜੇ ਉਹ ਉੱਦਾਂ ਦੀ ਕੋਈ ਕੰਪਲੇਂਟ ਆਉਂਦੀ ਹੈ ਤਾਂ ਉਹ ਐਡਿਟ ਕਰਿਆ ਜਾਊਗਾ ਜੀ। ਇਹ ਗੱਲ ਸਹੀ ਹੈ ਜੀ ਤੁਹਾਡੀ, ਉਹ ਹਥਿਆਰ ਲੈ ਕੇ ਐਂਟਰ ਕੀਤੇ ਸੀਗੇ, ਉਹਦੇ ਰਿਲੇਟਡ ਵੀ ਧਾਰਾਂ ਲਾਈਆਂ ਗਈਆਂ ਜੀ। ਤੇ ਜਿਹੜੇ ਹੁਣ ਇਹਦੇ 'ਚ ਕਿੰਨੇ ਮੁਜਰਮ ਹੁਣ ਤੱਕ ਫੜੇ ਜਾ ਚੁੱਕੇ ਜੀ ਤੇ ਕਿੰਨੇ ਫਰਾਰ ਨੇ ਜੀ? ਮੇਨ ਇਹਦੇ 'ਚ ਜੀ ਬਾਈ ਨੇਮ 4 ਮੁਜਰਮ ਸੀਗੇ ਜੀ, ਜਿਹਨੇ ਬਾਈ ਨੇਮ ਪਰਚਾ ਸੀਗਾ ਜੀ, ਤੇ ਹੋਰ 5 ਹੋਰ ਸੀਗੇ ਜੀ ਅਨਆਇਡੈਂਟੀਫਾਈਡ, ਤੇ ਜਿਹੜਾ ਇੱਕ ਅਨਆਇਡੈਂਟੀਫਾਈਡ ਸੀਗਾ ਸੁਰਜੀਤ ਸਿੰਘ ਉਹਨੂੰ ਨਾਮਜ਼ਦ ਕਰਕੇ ਫੜਿਆ ਗਿਆ ਜੀ। ਬਾਕੀਆਂ ਦੀ ਭਾਲ ਜਾਰੀ ਹੈ। ਔਰ ਜਿਹੜੀ ਲੜਕੀ ਦਾ ਕੁਝ ਪਤਾ ਲੱਗਿਆ ਜੀ ਵੀ ਕਿੱਥੇ ਇੱਕ ਮਤਲਬ ਪਿੰਡ ਆ ਜਾਂ ਕਿਤੇ? ਅਸੀਂ ਜੀ ਇਹ ਬੁੱਟਰ ਪਿੰਡ ਆ ਜੀ, ਤੇ ਬੁੱਟਰ ਪਿੰਡ ਦੇ ਵਿੱਚ ਹੈਗੀ ਜੀ। ਅਸੀਂ ਇਹਨੇ ਭੂਆ ਦੇ ਘਰ ਰੇਡ ਕੀਤਾ ਸੀਗਾ ਪਰ ਉੱਥੇ ਤਾਲੇ ਲੱਗੇ ਸੀ, ਕੋਈ ਵੀ ਉੱਥੇ ਮੌਜੂਦ ਨਹੀਂ ਮਿਲਿਆ ਸਾਨੂੰ। ਬਾਕੀ ਉਹਨਾਂ ਦੇ ਰੇਡ ਕੀਤੀ ਜਾ ਰਹੀ ਹੈ। ਬਾਕੀ ਜਿਹੜੇ ਘਰ ਵਗੈਰਾ ਹੈਗੇ ਨੇ, ਅਸੀਂ ਮੁੰਡੇ ਤੋਂ ਪੁੱਛਗਿੱਛ ਵਿੱਚ ਪਤਾ ਕੀਤਾ ਵੀ ਉਹ ਕੁੜੀ ਨੂੰ ਕਿੱਥੇ ਲਿਜਾ ਸਕਦੇ ਨੇ। ਉਹਨੇ ਦੱਸਿਆ ਵੀ ਉਹ ਸ਼ਾਇਦ ਆਪਣੇ ਤਾਏ ਦੇ ਘਰ ਹੋਊਗਾ, ਤਾਏ ਦੇ ਘਰ ਲਿਜਾਇਆ ਗਿਆ ਹੋਊਗਾ, ਤੇ ਇਸ ਕਰਕੇ ਅਸੀਂ ਉਹਨਾਂ ਦੇ ਘਰ ਰੇਡ ਕੀਤਾ ਜਾਊਗਾ। ਕਿਉਂਕਿ ਅੱਜ ਜੀ ਅਸੀਂ ਮੁੰਡੇ ਵਾਲਿਆਂ ਦੇ ਪੱਖ ਸੁਣੇ ਆ ਜੀ, ਉਹਨਾਂ ਦੀ ਅਸੀਂ ਇੰਟਰਵਿਊ ਕੀਤੀ ਸੀ। ਉਹ ਕਿਤੇ ਹੋਰ ਆਪਣਾ ਜਿਵੇਂ ਸਟੇ ਕਰ ਰਿਹਾ, ਡਰਦਾ ਬੰਦਾ ਨਹੀਂ ਜਾਂਦਾ ਜੀ ਪਿੰਡ। ਉਹ ਵੀ ਫਿਰ ਕਹਿੰਦੇ ਆ ਵੀ ਸਾਨੂੰ ਵੀ ਪੁਲਿਸ ਪ੍ਰਸ਼ਾਸਨ ਕਰਨੀ ਵਿਸ਼ਵਾਸ ਚਾਹੀਦਾ ਵੀ ਪ੍ਰਸ਼ਾਸਨ ਸਾਨੂੰ ਦੇਵੇ ਤਾਂ ਹੀ ਅਸੀਂ ਆਪਣੇ ਘਰ 'ਚ ਜਾ ਸਕਦੇ ਹਾਂ, ਵੀ ਅਸੀਂ ਘਰੋਂ ਬਹੁਤ ਗਰੀਬ ਆ। ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਜੀ? ਨਹੀਂ ਜੀ, ਜਿੱਦਾਂ ਹੀ ਇਹ ਇਨਸੀਡੈਂਟ ਹੋਇਆ ਸੀਗਾ ਜੀ, ਪੁਲਿਸ ਪਾਰਟੀ, ਮੈਂ ਖੁਦ ਉੱਥੇ ਜਾ ਕੇ ਮੌਕੇ 'ਤੇ ਜਾ ਕੇ ਅਸੀਂ ਨਾਲ ਦੀ ਨਾਲ ਵਿਦਨ ਫਿਊ ਟਾਈਮ ਉੱਥੇ ਪਹੁੰਚ ਕੇ ਨਾਲ ਦੀ ਨਾਲ FIR ਦਰਜ ਕੀਤੀ ਹੈ ਜੀ ਤੇ ਐਕਸ਼ਨ ਲਿੱਤਾ। ਅਸੀਂ ਟਰੇਸ ਕਰਕੇ ਪਹਿਲਾ ਦੋਸ਼ੀ ਫੜ ਲਿਆ ਜੀ, ਬਾਕੀਆਂ ਦੀ ਭਾਲ ਜਾਰੀ ਹੈ। ਜਲਦ ਤੋਂ ਜਲਦ ਕਾਰਵਾਈ ਕੀਤੀ ਜਾਊਗੀ ਜੀ। ਧੰਨਵਾਦ ਜੀ। ਸੋ ਇਹ ਸਨ DSP ਸਾਹਿਬ ਜਿਨ੍ਹਾਂ ਨੇ ਸਾਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਔਰ ਸਾਨੂੰ ਦੱਸਿਆ ਵੀ ਕਿੰਨੇ ਇਹਦੇ 'ਚ ਮੁਜਰਮ ਨਾਮਜ਼ਦ ਕੀਤੇ ਗਏ ਔਰ ਕਿੰਨੇ ਇਹਦੇ 'ਚ ਕਿਹੜੀ ਧਾਰਾ ਲਾ ਕੇ ਕਿਹੜੀ FIR ਲਾਂਚ ਕੀਤੀ ਗਈ ਆ। ਔਰ ਉਹ ਕਹਿੰਦੇ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਤੋਂ ਜਲਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਕਿਉਂਕਿ ਹਲੇ ਫਿਲਹਾਲ ਇੱਕ ਮੁਜਰਮ ਹੀ ਜਿਹੜਾ ਫੜਿਆ ਗਿਆ ਔਰ ਬਾਕੀ ਜਿਹੜੇ 4 ਜਾਂ 5 ਅਣਪਛਾਤੇ ਨੇ ਉਹ ਹਲੇ ਫਰਾਰ ਨੇ। ਸੋ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਵੀ ਉਹ ਕਦੋਂ ਫੜੇ ਜਾਂਦੇ ਆ ਤੇ ਇਸ ਜਿਹੜੇ ਕੇਸ ਦਾ ਕੀ ਨਤੀਜਾ ਨਿਕਲਦਾ ਹੈ। ਸੋ ਕੈਮਰਾਮੈਨ ਦਿਲਪ੍ਰੀਤ ਕੌਂਕੇ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ, ਜਗਰਾਉਂ।